ਜਿੱਥੇ ਆਪਾਂ ਕਹਿੰਦੇ ਦਿੱਲੀ ਘੇਰੀ ਹੋਈ ਆ, ਉਹ ਦਿੱਲੀ ਦੇ ਆ ਸੜਕਾਂ ਦੇ ਵਿੱਚ ਆਪਣੀਆਂ ਲਾਸ਼ਾਂ ਖਿਲਾਰੀਆਂ ਗਈਆਂ 36 ਸਾਲ ਪਹਿਲਾਂ। ਵੀ ਇਹ ਕਾਨੂੰਨਾਂ ਨੂੰ ਸਾੜਨਾ ਚਾਹੀਦਾ ਸਾਨੂੰ, ਕਿਉਂਕਿ ਸਾਡੇ ਹੱਕਾਂ ਤੇ ਡਾਕਾ ਹੈ ਇਹ ਕਾਨੂੰਨ ਨੇ ਜਿਹੜੇ। 9 ਤਾਂ ਚੱਲ 4-5 ਹੁਣ, ਕਿਸੇ ਨੂੰ ਲੱਖੇ ਦਾ ਪਤਾ, ਕਿਸੇ ਨੂੰ ਦੀਪ ਦਾ, ਕਿਸੇ ਨੂੰ ਕੁਛ ਪਤਾ। ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਕੈਨੇਡਾ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ ਔਰ ਅੱਜ ਕੈਨੇਡਾ 'ਚ ਇੱਕ ਵਾਰੀ ਫਿਰ ਇੱਥੇ ਵੈਨਕੂਵਰ ਸ਼ਹਿਰ ਦੇ ਵਿੱਚ ਡਾਊਨਟਾਊਨ 'ਚ ਅਸੀਂ ਖੜੇ ਹਾਂ। ਆਰਟ ਗੈਲਰੀ, ਹਾਲਾਂਕਿ ਜਿਹਨੂੰ ਅਸੀਂ ਭਾਰਤ ਦਾ ਜੰਤਰ ਮੰਤਰ ਵੀ ਕਹਿ ਸਕਦੇ ਹਾਂ, ਕਿਉਂਕਿ ਇੱਥੇ ਹਰ ਵਾਰ ਹਰ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਹੁੰਦੇ ਆ ਔਰ ਅੱਜ ਵੀ ਇੱਥੇ ਇੱਕ ਪਾਸੇ ਰੂਸ ਦੇ ਲੋਕ ਆਪਣੇ ਮੁਲਕ ਦੀ ਸਮੱਸਿਆ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ, ਜਿੱਥੇ ਉਹਨਾਂ ਦਾ ਵਿਰੋਧੀ ਧਿਰ ਦਾ ਜਿਹੜਾ ਲੀਡਰ ਗ੍ਰਿਫਤਾਰ ਕੀਤਾ ਗਿਆ। ਇੱਕ ਪਾਸੇ ਭਾਰਤ ਦੇ ਕਿਸਾਨ ਜਿਹੜੇ ਆ ਉਹਨਾਂ ਦੇ ਲਈ ਇੱਥੇ ਰੋਸ ਪ੍ਰਦਰਸ਼ਨ ਹੋ ਰਿਹਾ ਵਾ ਔਰ ਅੱਜ ਇੱਕ ਕਾਰ ਰੈਲੀ ਕੱਢੀ ਗਈ ਆ ਤੇ ਉਹਦੇ ਨਾਲ ਇੱਥੇ ਲੋਕ ਪਹੁੰਚੇ ਨੇ, ਪ੍ਰਦਰਸ਼ਨ ਕਰ ਰਹੇ ਨੇ, ਨਾਅਰੇ ਲਾ ਰਹੇ ਨੇ, ਲੋਕਾਂ ਨੂੰ ਦੱਸ ਰਹੇ ਨੇ ਕਿ ਉਹਨਾਂ ਦੀ ਮੰਗ ਕੀ ਆ, ਕਿ ਉਹ ਭਾਰਤ ਦੇ ਕਿਸਾਨਾਂ ਵਿੱਚ ਕਿਸ ਤਰੀਕੇ ਦਾ ਅੰਦੋਲਨ ਚੱਲ ਰਿਹਾ ਉਹਦਾ ਵੀ ਪ੍ਰਚਾਰ ਹੋ ਰਿਹਾ ਵਾ। ਸੋ ਕੁਝ ਝਲਕੀਆਂ ਦੇਖਦੇ ਆ ਇਸ ਅੰਦੋਲਨ ਦੀਆਂ, ਇਸ ਕਾਰ ਰੈਲੀ ਦੀਆਂ, ਜੋ ਇੱਥੇ ਲੋਕ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ। ਸੋ ਦੇਖਦੇ ਆ ਅੱਜ ਇੱਥੇ ਕੀ ਹੋ ਰਿਹਾ। ਸੋ ਇਸ ਵਕਤ ਵੈਨਕੂਵਰ ਦੀ ਆਰਟ ਗੈਲਰੀ ਅਸੀਂ ਖੜੇ ਹਾਂ, ਜਿੱਥੇ ਰੋਸ ਪ੍ਰਦਰਸ਼ਨ ਹੋ ਰਿਹਾ, ਜਿਹੜੇ ਕਿਸਾਨ ਅੰਦੋਲਨ ਹੋ ਰਿਹਾ ਉਹਦੇ ਹੱਕ ਦੇ ਵਿੱਚ। ਤੇ ਸਾਡੇ ਨਾਲ ਹੁਣ ਬਰਜਿੰਦਰ ਸਿੰਘ ਹੁਣਾਂ ਨੇ, ਪਹਿਲਾਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਇੱਥੇ ਅੱਜ ਪਹੁੰਚੇ ਨੇ। ਸੋ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਸੀਂ ਇਸ ਅੰਦੋਲਨ ਨੂੰ ਕਿਹੜੀ ਅੱਖ ਨਾਲ ਦੇਖਦੇ ਹੋ, ਕੀ ਮਹਿਸੂਸ ਕਰਦੇ ਹੋ ਕਿ ਇਹ ਅੰਦੋਲਨ ਕੀ ਚੀਜ਼ ਹੈ, ਜਾਂ ਪਹਿਲਾਂ ਤਾਂ ਇਹੀ, ਕਿਉਂਕਿ ਇਸ ਚੀਜ਼ ਨੂੰ ਡਿਫਾਈਨ ਕਰਨਾ ਬੜਾ ਔਖਾ ਹੋਇਆ ਹੈ। ਹਾਂਜੀ, ਅੱਜ ਜੇ ਦੁਨੀਆ 'ਚ ਸਾਰਿਆਂ ਤੋਂ ਜ਼ਿਆਦਾ ਜੇ ਕੋਈ ਔਖੀ ਚੀਜ਼ ਆ, ਉਹ ਇਸ ਲਹਿਰ ਨੂੰ ਡਿਫਾਈਨ ਕਰਨਾ, ਇਸ ਨੂੰ ਐਕਸਪਲੇਨ ਕਰਨਾ ਸਭ ਤੋਂ ਜ਼ਿਆਦਾ ਔਖਾ ਹੋਇਆ, ਕਿਉਂਕਿ ਜਿਹੜੇ ਬੰਦਿਆਂ ਦੀਆਂ ਚੀਜ਼ਾਂ ਹੁੰਦੀਆਂ ਉਹ ਬਹੁਤ ਸਮਝੀਆਂ ਜਾ ਸਕਦੀਆਂ, ਬੜੀ ਛੇਤੀ ਐਕਸਪਲੇਨ ਕੀਤੀਆਂ ਜਾ ਸਕਦੀਆਂ। ਪਰ ਆਹ ਜਿਹੜਾ ਹੋਇਆ, ਇਹ ਇੱਕ ਕੁਦਰਤ ਦਾ, ਇੱਕ ਅਕਾਲ ਪੁਰਖ ਦਾ ਇੱਕ ਭਾਣਾ ਵਰਤਾਇਆ ਹੋਇਆ ਇਸ ਧਰਤੀ ਦੇ ਉੱਤੇ, ਜਿਹਨੂੰ ਡਿਫਾਈਨ ਕਰਨਾ ਓਨੈਸਟਲੀ ਇੱਕ ਬੰਦੇ ਦੀ ਸਮਝ 'ਚੋਂ ਬਾਹਰ ਆ। ਇਹਨੂੰ ਸਾਰੇ ਵਰਤਾਰੇ 'ਚ ਜਦੋਂ ਆਪਾਂ ਦੁਨੀਆ ਭਰ 'ਚ ਦੇਖਦੇ ਹਾਂ, ਜਦੋਂ ਇਹੋ ਜਿਹੇ ਲੋਕਾਂ ਨੂੰ ਦੇਖਦੇ ਜਿਨ੍ਹਾਂ ਨੂੰ ਕਦੇ ਤੁਸੀਂ ਲੀਡਰਸ਼ਿਪ ਦੇ ਰੋਲ 'ਚ ਨਹੀਂ ਦੇਖਦੇ, ਅੱਜ ਉਹਨਾਂ ਨੇ ਜਿਹੜੇ ਅਖੌਤੀ ਲੀਡਰਸ਼ਿਪ ਆਲ ਓਵਰ ਦਾ ਵਰਲਡ, ਚਾਹੇ ਕਿਸੇ ਵੀ ਸੰਸਥਾਵਾਂ ਨੇ, ਗੁਰਦੁਆਰਾ ਸਾਹਿਬ ਨੇ, ਉਹ ਬਿਲਕੁਲ ਮਨਫੀ ਹੋ ਚੁੱਕੇ ਆ। ਆਪ ਮੁਹਾਰੇ ਲੋਕ ਸੜਕਾਂ 'ਤੇ ਉਤਰ ਆਏ, ਆਪਣੇ ਆਪ ਨੂੰ ਡਿਫਾਈਨ ਕਰ ਰਹੇ ਆ। ਕਿਹੜੀ ਰੰਗ 'ਚ ਰੰਗੇ ਗਏ? ਉਹ ਇੱਕੋ ਰੰਗ ਦੀਂਦਾ, ਗੁਰੂ ਨਾਨਕ ਦਾ ਰੰਗ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਇਸ ਧਰਤੀ ਦੇ 239 ਸਾਲ ਦੀ ਮਿਹਨਤ ਦੇ ਨਾਲ ਲਿਆਂਦਾ ਸੀਗਾ, ਉਹ ਦੁਬਾਰਾ ਇੱਕਦਮ ਸਾਰੇ ਪਾਸੇ, ਕੀ ਨਾਰਥ ਕੋਰੀਆ, ਕੀ ਸਾਊਥ ਕੋਰੀਆ, ਕੀ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਕੋਈ ਗੱਲ ਹੀ ਨਹੀਂ ਹੈਗੀ। ਉਹ ਕਹਿੰਦਾ ਨਹੀਂ, ਇੱਕ ਵੱਡਾ ਵਿਸ਼ਾਲ ਇੱਕ ਕਲਾਸਰੂਮ ਨਹੀਂ ਹੁੰਦਾ ਜਿੱਥੇ ਸਾਰੇ ਲੋਕ ਆਪ ਮੁਹਾਰੇ ਕਿਸੇ ਚੀਜ਼ ਨੂੰ ਸਮਝ ਰਹੇ ਆ। ਉਹ ਐ ਨਹੀਂ ਬਈ ਨਹੀਂ ਜੀ ਕਾਲੇ ਕਾਨੂੰਨ ਆ ਜੀ, ਉਹ ਕਾਲੇ ਕਾਨੂੰਨ ਤਾਂ ਇੱਕ ਨਿਸ਼ਾਨੀ ਆ। ਉਹ ਤਾਂ 36 ਸਾਲਾਂ ਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਹੋਇਆ ਸੀ ਉਹਨਾਂ ਨੇ, ਬਈ ਤੁਹਾਡੇ ਬਾਰੇ ਅਸੀਂ ਉਸੇ ਦਿੱਲੀ 'ਚ, ਜਿੱਥੇ ਆਪਾਂ ਕਹਿੰਦੇ ਦਿੱਲੀ ਘੇਰੀ ਹੋਈ ਆ, ਉਹ ਦਿੱਲੀ ਦੇ ਆ ਸੜਕਾਂ ਦੇ ਵਿੱਚ ਆਪਣੀਆਂ ਲਾਸ਼ਾਂ ਖਿਲਾਰੀਆਂ ਗਈਆਂ 36 ਸਾਲ ਪਹਿਲਾਂ। ਉਹਨਾਂ ਨੇ ਉਦੋਂ ਆਪਣਾ ਜ਼ਾਹਰ ਕੀਤਾ ਸੀ ਵੀ ਅਸੀਂ ਤੁਹਾਡੇ ਬਾਰੇ ਕੀ ਸੋਚਦੇ ਹਾਂ। ਪਰ ਅੱਜ ਉਹਨਾਂ ਨੇ ਸੋਚ ਕੇ ਕੀ ਕੀਤਾ, ਕਹਿੰਦੇ ਆ ਸਾਰਿਆਂ ਦੀ ਸਮਝ ਬਣੀ ਹੋਈ ਆ, 3 ਕਾਨੂੰਨ ਨੇ, 3 ਕਾਲੇ ਕਾਨੂੰਨ ਨੇ, ਇਹ ਵਾਪਸ ਹੋ ਜਾਣ ਫਿਰ ਸਾਡਾ ਸਾਰਾ ਕੁਝ ਠੀਕ ਹੋ ਜਾਊਗਾ। ਨਹੀਂ, ਇਹ ਤਾਂ ਆਪਣੇ ਲਈ ਇੱਕ ਬਹੁਤ ਵੱਡਾ ਬ੍ਰਿਲੀਅੰਟ ਮੌਕਾ ਦਿੱਤਾ ਮੋਦੀ ਹੋਣਾ ਨੇ। ਉਹਨਾਂ ਨੇ ਆਪਾਂ ਨੂੰ ਸਮਝਣ ਲਈ, ਕੀ ਖੋਣਾ ਉਹਨਾਂ ਨੇ ਆਪਾਂ ਤੋਂ? ਕਹਿੰਦੇ ਜ਼ਮੀਨਾਂ ਖੋਹ ਲੈਣਗੇ। ਨਹੀਂ, ਜ਼ਮੀਨਾਂ ਬਹੁਤ ਛੋਟੀਆਂ ਚੀਜ਼ਾਂ ਨੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਬੱਚਿਆਂ ਤੋਂ ਸਰਬੱਤ ਦਾ ਭਲਾ ਖੋਣਾ। ਉਹਨਾਂ ਨੇ ਆਪਾਂ ਨੂੰ ਘਸਿਆਰੇ ਬਣਾ ਕੇ 2 ਧਨਾਡਾਂ ਦੇ ਮੂਹਰੇ ਖੜਾਉਣਾ, ਆਪਣੇ ਬੱਚੇ ਆਪਣੀਆਂ ਨਸਲਾਂ ਨੂੰ, ਤਾਂ ਕਿ ਭੁੱਲ ਜਾਣ। ਸਰਬੱਤ ਦਾ ਭਲਾ ਭਾਵਨਾ 'ਚੋਂ ਪੈਦਾ ਹੁੰਦਾ, ਉਹ ਡਾਲਰਾਂ ਨਾ ਹੁੰਦਾ ਹੋਵੇ, ਰੁਪਈਆ ਨਾ ਹੁੰਦਾ ਹੋਵੇ, ਫਿਰ ਤਾਂ ਅਦਾਨੀ ਬਾਨੀ ਕਰ ਸਕਦੇ ਆ।
ਲੰਗਰ ਤਾਂ ਟਰਾਲੀਆਂ ਦੇ ਵਿੱਚੋਂ ਜਿਹੜੇ ਲਿਆ ਕੇ ਚਲਾਉਂਦੇ ਆ, ਉਹ ਤਾਂ ਵਿਚਾਰੇ ਬਹੁਤ ਇਨੋਸੈਂਟ, ਬਹੁਤ ਹੀ ਜਿਹੜੇ ਬਹੁਤ ਰਿਸੋਰਸਿਸ ਵਾਲੇ ਨਹੀਂ ਹੁੰਦੇ, ਪਰ ਉਹਨਾਂ ਦੇ ਕੋਲ ਭਾਵਨਾ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ ਜਿਹੜੀ ਅਨਮੋਲ ਆ, ਉਹ ਖੋਣੀ ਆ। ਪਰ ਅੱਜ ਉਹਨੂੰ ਡੱਕਣ ਵਾਸਤੇ ਕੌਣ ਖੜੇ ਆ? ਉਹ ਬੜਾ ਨਜ਼ਾਰਾ। ਉਹ ਤੁਸੀਂ ਕਹਿੰਦੇ ਡੱਕਣ ਲਈ ਖੜਿਆ, ਜਿਹੜੇ ਕਾਨੂੰਨ ਹੈ ਇਸ ਤਰੀਕੇ ਦੇ, ਆਪਾਂ ਖੇਤੀ ਕਹਿੰਦੇ ਆ, ਜੇ ਆਪਾਂ ਇਹਨੂੰ ਕਿਰਤ ਵੀ ਕਹਿ ਸਕਦੇ ਆ ਕਿ ਕਿਰਤ ਨਾਲ ਜੁੜੇ ਹੋਏ ਜਿਹੜੇ ਇਦਾਂ ਦੇ ਕਾਨੂੰਨ ਆ ਪੂਰੀ ਦੁਨੀਆ 'ਚ ਲਾਗੂ ਹੋ ਰਹੇ ਆ। ਚਰਚਾ ਕੈਨੇਡਾ ਦੀ ਹੁੰਦੀ ਹੈ, ਅਮਰੀਕਾ ਦੀ ਹੁੰਦੀ ਆ, ਪਰ ਇਹ ਜਿਹੜੇ ਖਿੱਤੇ 'ਚੋਂ ਆਵਾਜ਼ ਉੱਠੀ ਆ ਉਹ ਪੰਜਾਬ ਆ। ਸੋ ਉਹ ਖਿੱਤੇ 'ਚ ਇਹੋ ਜਿਹੀ ਕਿਹੜੀ ਖੂਬਸੂਰਤੀ ਹੈ ਕਿ ਉੱਥੇ ਜਾ ਕੇ ਕੁੰਡੀ ਅੜਦੀ ਹੈ? ਹਾਂ, ਬਸ ਉਹ ਜਿਹੜੀ ਉੱਥੇ ਉੱਠੀ ਆਵਾਜ਼ ਸੀ ਨਾ, ਉਹ 550 ਸਾਲ ਪਹਿਲਾਂ ਉੱਠੀ ਸੀਗੀ। ਉਹਦਾ ਹੋਕਾ ਦੇਣ ਲਈ ਗੁਰੂ ਨਾਨਕ ਸਾਹਿਬ ਨੇ 40,000 ਕਿਲੋਮੀਟਰ ਦਾ ਸਫ਼ਰ ਵੀ ਕੀਤਾ ਸੀ। ਪਰ ਉਸ ਧਰਤੀ ਤੱਕ ਜਿੱਥੋਂ ਤੱਕ ਆ, ਕਿਉਂਕਿ ਉੱਥੇ ਦਸੇ ਪਾਤਸ਼ਾਹੀਆਂ ਦੇ ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਉਹ ਸਾਰੇ ਲੋਕਾਂ ਦੇ ਵਿੱਚ, ਉਹ ਧਰਮ ਕਿਹੜੇ ਨਾਲ ਬਿਲੋਂਗ ਕਰਦਾ ਸੀ ਉਹ ਫਰਕ ਨਹੀਂ ਪੈਂਦਾ, ਉਹਨਾਂ ਦੇ ਵਿੱਚ ਇੱਕ ਜਿਹੜੀ ਉਹ ਰੂਹ ਫੂਕੀ ਸੀਗੀ, ਉਹਦਾ ਨਜ਼ਾਰਾ ਆਪਣੇ ਸਾਹਮਣੇ ਪ੍ਰਤੱਖ ਦੀਂਦਾ। ਅੱਜ ਆਵਾਜ਼ ਉੱਥੋਂ ਉੱਠੀ ਆ। ਉੱਥੇ ਇੱਕ ਰੈਵੋਲੂਸ਼ਨ ਨਹੀਂ ਹੈਗਾ ਕੱਲਾ ਬਈ ਨਹੀਂ ਜੀ ਕਾਰਪੋਰੇਟ ਘਰਾਣੇ ਆ ਰਹੇ ਆ, ਨਹੀਂ, ਇੱਕ ਬਿਰਤੀ ਆ ਰਹੀ ਆ ਜਿਹੜੀ ਦੇ ਵਿੱਚ ਹੈਗਾ ਵੀ ਨਹੀਂ ਲੋਕਾਂ ਦੀ ਲੁੱਟ ਖਸੁੱਟ। ਉੱਥੇ ਉਲਟ ਕੀ ਆ? ਉਹ ਗੁਰੂ ਨਾਨਕ ਪਾਤਸ਼ਾਹ ਦੀ ਖੁਸ਼ਬੂ ਦੇ ਵਿੱਚੋਂ ਨਹੀਂ, ਸਰਬੱਤ ਦਾ ਭਲਾ, ਲੋਕਾਂ ਦੇ ਨਾਲ ਪਿਆਰ, ਲੋਕਾਂ ਦੇ ਨਾਲ ਜਿਹੜੀ ਇੱਕ ਹੁੰਦਾ ਦਇਆ ਦੇ ਵਿੱਚੋਂ ਨਿਕਲਦਾ। ਉਹ ਨਟਾਂਕੀ ਚੋਂ ਨਹੀਂ ਨਿਕਲਦਾ, ਉਹ ਅਕਲਾਂ ਚੋਂ ਨਹੀਂ ਨਿਕਲਦਾ ਜਿਹੜੇ ਆਮ ਤੌਰ ਤੇ ਹੁੰਦਾ ਜੀ ਸਰਮਾਏਦਾਰ ਨੂੰ ਰੋਕ ਦੇਣਾ ਜਾਂ ਅਸੀਂ ਜੀ ਲੋਕਾਂ ਦੀ ਲੁੱਟ ਖਸੁੱਟ ਰੋਕਣੀ। ਸਿਰਫ ਉੱਥੋਂ ਤੱਕ ਨਹੀਂ ਸੀਮਤ। ਉਹ ਕਹਿੰਦੇ ਜੈਨੂਅਨ ਇਸ ਕਰਕੇ ਕਿ ਅਕਾਲ ਪੁਰਖ ਦੀ ਸਾਜੀ ਹੋਈ ਆ ਇਹ ਜਿਹੜੀ ਕਾਇਨਾਤ ਆ, ਜਿਹੜੇ ਲੋਕ ਨੇ 7.5 ਬਿਲੀਅਨ, ਇਹ ਅਕਾਲ ਪੁਰਖ ਦੇ ਬੱਚੇ ਬੱਚੀਆਂ ਨੇ। ਇਹਦੇ ਵਿੱਚ ਕੁਝ ਲੋਕ ਬਹੁਤ ਅਮੀਰ ਹੋ ਜਾਣ, ਦੂਜੇ ਵਿਚਾਰੇ ਭੁੱਖ ਦੇ ਨਾਲ ਮਰ ਜਾਣ, ਇਹ ਗੁਰੂ ਨਾਨਕ ਦੀ ਸੋਚ ਉਹਨੂੰ ਪ੍ਰਵਾਨ ਨਹੀਂ ਕਰਦੀ। ਤਾਂ ਹੀ ਉਹ ਤੋਂ ਨਿਕਲ ਰਿਹਾ, ਤਾਂ ਹੀ ਉਹ ਜਿਹੜਾ ਅਛਾਲਾ ਆ ਰਿਹਾ, ਕੌਣ ਲਿਆ ਰਿਹਾ? ਉਹ ਜਦੋਂ ਆਪਾਂ 9 ਤੇ ਚਲ 4-5 ਹੁਣ ਕਿਸੇ ਨੂੰ ਲੱਖੇ ਦਾ ਪਤਾ, ਕਿਸੇ ਨੂੰ ਦੀਪ ਦਾ, ਕਿਸੇ ਨੂੰ ਕੁਛ ਪਤਾ, ਪਰ ਉਹਦਾ ਮੁੱਠੀ ਭਰ ਦੀਂਦੇ ਨੇ। ਉਹਨਾਂ ਦੇ ਥੱਲੇ ਕੋਈ ਟਰਾਲੀ ਦੇ ਥੱਲੇ ਬੱਚਾ ਪਿਆ, ਅਕਸਰ ਹੀ ਆਉਂਦਾ ਗੁਰੂ ਮਹਾਰਾਜ ਦੀ ਫੌਜ ਆ ਗਈ, ਕਹਿੰਦੇ ਆ ਨਾ ਆਪਾਂ ਲਫ਼ਜ਼ ਕਿਸੇ ਤਰ੍ਹਾਂ ਦੇ ਬਾਣੇ ਵਿੱਚ ਦੇਖ ਕੇ। ਨਹੀਂ, ਜਿੰਨੇ ਵੀ ਵੀਰ ਭੈਣ ਚਾਹੇ ਟਰਾਲੀਆਂ ਦੇ ਥੱਲੇ ਪਏ ਨੇ, ਚਾਹੇ ਟਰਾਲੀਆਂ ਦੇ ਵਿੱਚ ਪਿਆ, ਸਾਰੇ ਗੁਰੂ ਨਾਨਕ ਪਾਤਸ਼ਾਹ ਦੀ ਉਹ ਜਿਹੜੀ ਆ ਆਪਣੇ ਫੌਜ ਆ, ਉਹ ਸਾਰੀ ਫੌਜ ਆ ਗਈ। ਕਿਹੋ ਜਿਹੇ ਰੂਪ ਦੇ ਵਿੱਚ ਆ, ਦੇਖਣ ਨੂੰ ਕਿਹੋ ਜਿਹੀ ਲੱਗਦੀ ਆ? ਉਹ ਕਹਿੰਦੇ ਇਹ ਨਹੀਂ, ਇਹ ਫੈਸਲਾ ਨਹੀਂ, ਉਹ ਸੋਚ ਕੀ ਰਹੀ ਆ। ਅੱਜ ਵੀ ਆਪਾਂ ਦੇਖਦੇ ਆ ਨਾ ਵੈਨਕੂਵਰ ਦੀ ਧਰਤੀ ਤੇ ਕੋਈ ਇੱਥੋਂ ਦੇ ਪੜ੍ਹੇ ਲਿਖੇ ਆ, ਕੋਈ ਜਿਨ੍ਹਾਂ ਨੇ ਕਦੇ ਵੀ ਪੰਜਾਬ ਨਹੀਂ ਗਏ ਹੋਏ, ਅੱਜ ਉਹਨਾਂ 'ਚ ਕੀ ਧੜਕਦਾ? ਫਸਲਾਂ ਤਾਂ 9 ਨੇ, ਉਹਨਾਂ ਦੇ ਵਿੱਚ ਇੱਕ ਚੀਜ਼ ਧੜਕਦੀ ਆ ਮੇਨ, ਉਹ ਗੁਰੂ ਨਾਨਕ ਸਾਹਿਬ ਧੜਕ ਰਹੇ ਆ। ਸਭ ਤੋਂ ਵੱਡੀ ਪ੍ਰਾਪਤੀ ਆ ਜਿਹਨੂੰ ਆਪਾਂ, ਜਿਵੇਂ ਤੁਸੀਂ ਸਹੀ ਕਿਹਾ ਸੀਗਾ ਵੀ ਇਹਨੂੰ ਐਕਸਪਲੇਨ ਕਰਨਾ ਬਹੁਤ ਔਖਾ। ਇਸ ਕਰਕੇ ਜਿਹੜੀ ਚੀਜ਼ ਆਪਾਂ ਨੂੰ ਇਸ ਤੋਂ ਐਕਸਪਲੇਨ ਨਹੀਂ ਹੋ ਰਹੀ, ਇਹਦਾ ਮਤਲਬ ਬੰਦਿਆਂ ਦੇ ਵਰਤਾਰੇ ਤੋਂ ਪਰੇ ਦੀ ਗੱਲ ਆ। ਇਸ ਕਰਕੇ ਬਹੁਤ ਇਸ ਤਰੀਕੇ ਨਾਲ ਹੁਣ, ਕਿਉਂਕਿ ਇੰਨੇ ਦਿਨ ਹੋ ਗਏ ਆ, ਬਹੁਤ ਸਾਰੇ ਲੋਕ ਸ਼ਹੀਦ ਵੀ ਹੋ ਚੁੱਕੇ ਆ, ਜਾਨਾਂ ਲਿਖੇ ਲੱਗ ਚੁੱਕੀਆਂ ਨੇ, ਉਹੀ ਦੌਰ ਦੁਬਾਰਾ ਆ। ਉੱਥੇ ਗੁਰਪੁਰਬ ਤੋਂ ਲੈ ਕੇ ਸ਼ਹੀਦੀ ਦਿਵਸ ਤੱਕ ਮਨਾਏ ਜਾ ਚੁੱਕੇ ਆ। ਸੋ ਕੀ ਦੇਖਦੇ, ਕਿੱਧਰ ਨੂੰ ਜਾ ਰਿਹਾ? ਤੁਸੀਂ ਇੱਥੋਂ ਬੈਠੇ ਕੀ ਦੇਖ ਰਹੇ ਹੋ? ਇੱਥੋਂ ਬੈਠ ਕੇ ਬਸ ਇਹੀ ਦੇਖ ਰਹੇ ਆ, ਜਿਵੇਂ ਮਤਲਬ 550 ਸਾਲ ਦਿੰਦੇ ਆ, ਉਹ ਕਿਵੇਂ ਦੇਖਣੇ ਆ, ਕਿਸੇ ਨੇ ਕਿਵੇਂ ਦੇਖਣਾ। ਰੰਗਰੇਟਾ ਗੁਰੂ ਦਾ ਬੇਟਾ ਵੀ ਉੱਥੋਂ ਹੀ ਨਿਕਲ ਰਿਹਾ। ਉਹ ਸਾਰੀ ਜਿਹੜੀ ਆਪਣੀ ਸਿੱਖ ਹਿਸਟਰੀ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਦੀ, ਅੱਜ ਦੇ ਵਰਤਾਰੇ, ਮੋਦੀਆਂ ਦੇ ਵਰਤਾਰੇ, ਔਰੰਗਜ਼ੇਬ, ਉਹ ਸਾਰਾ ਦਿੱਲੀ ਦੇ ਵਿੱਚ ਵਰਤਦਾ। ਉਹ ਆਪਾਂ ਨੂੰ ਹੁਣ ਸਾਰਾ ਸਾਕਸ਼ਾਤ ਸਾਹਮਣੇ ਪਿਆ। ਪੜ੍ਹਨ ਦੀ ਲੋੜ ਆ, ਆਪਣੇ ਆਪ ਨੂੰ ਸਮਝਣ ਦੀ ਲੋੜ ਆ, ਜਿਹਦੇ ਵਿੱਚੋਂ ਇਹ ਨਹੀਂ ਵੀ ਆਪਣਾ ਕਲਿਆਣ ਹੋ ਜਾਊਗਾ, ਨਹੀਂ, ਮਨੁੱਖਤਾ ਦਾ ਕਲਿਆਣ ਹੋ ਜਾਊਗਾ ਜੇਕਰ ਆਪਾਂ ਆਪਣੇ ਆਪ ਨੂੰ ਸਮਝ ਕੇ ਅਸੀਂ ਹੈ ਕੌਣ ਆ। ਅਸੀਂ ਸਿੰਪਲ ਇੱਕ ਸਿੱਖ ਕਰਕੇ ਨਿਕਲ ਜਾਾਂਗੇ, ਕਿਸੇ ਨੂੰ ਭਾਰਤੀ ਕਰਕੇ ਸਮਝਾਂਗੇ, ਨਹੀਂ, ਫਿਰ ਆਪਾਂ ਖਤਾ ਖਾਵਾਂਗੇ, ਫਿਰ ਆਪਾਂ ਕਾਲੇ ਕਾਨੂੰਨਾਂ ਤੱਕ ਘੁੰਮ ਜਾਾਂਗੇ। ਆਪਾਂ ਗੁਰੂ ਨਾਨਕ ਦੇ ਬੱਚੇ ਬੱਚੀਆਂ, ਅਸੀਂ ਸਰਬੱਤ ਦੇ ਭਲੇ ਲਈ ਪੈਦਾ ਹੋਏ ਹਾਂ। ਮੋਦੀਆਂ ਨੇ ਉਹੀ ਕਰਨਾ ਜੋ ਔਰੰਗਜ਼ੇਬ ਨੇ ਕੀਤਾ ਸੀਗਾ। ਇਹ ਹੰਕਾਰੀ ਬੰਦਾ, ਇਹ ਅਕਾਲ ਪੁਰਖ ਦੀ ਵਿਧੀ ਦੇ ਵਿੱਚ ਆਇਆ ਹੋਇਆ, ਜਿਹੜਾ ਐਰੋਗੈਂਟ ਆ,
ਬੇਵਕੂਫ ਵੀ ਆ, ਸਾਰਾ ਕੁਝ, ਸਾਰੀਆਂ ਚੀਜ਼ਾਂ ਨੇ ਉਹਦੇ ਵਿੱਚ ਜਿਹੜੀਆਂ ਕਿ ਇੱਕ ਹੋਣੀਆਂ ਚਾਹੀਦੀਆਂ। ਜਦੋਂ ਦੁਨੀਆ 'ਚ ਵਰਤਾਰੇ ਹੁੰਦੇ ਆ ਉਦੋਂ ਐ ਆ ਕੇ ਅਕਾਲ ਪੁਰਖ ਖੜਾ ਦਿੰਦਾ। ਫਿਰ ਸਾਹਮਣਿਓ ਵੀ ਉਹ ਫਿਰ ਮਾਂ ਦੇ ਪੁੱਤ ਆ ਜਾਂਦੇ ਆ, ਜਿਨ੍ਹਾਂ ਨੂੰ ਕਹਿ ਦਿੰਦੇ ਆ ਜੀ ਐਕਸ ਗੈਂਗਸਟਰ ਸੀਗੇ, ਉਹ ਕਹਿੰਦੇ ਨਹੀਂ। ਉਦੋਂ ਬਾਅਦ ਉਹ ਇੱਕ ਇਹੋ ਜਿਹਾ ਪਲਟਾ ਲਿਆਉਂਦੇ ਨੇ ਆਪਦੀ ਜ਼ਿੰਦਗੀ ਦੇ ਵਿੱਚ, ਉਹ ਪਰ ਪਹਿਲਾ ਪਲਟਾ ਨਹੀਂ। ਉਹ ਕਿਸੇ ਪਾਸੇ ਮਾਧੋ ਦਾਸ ਬਰਾਗੀ ਤੋਂ ਆਇਆ ਹੋਇਆ, ਕਦੇ ਕਿਸੇ ਤੋਂ ਆਇਆ, ਨਾ ਉਹ ਪਹਿਲਾ ਤੇ ਨਾ ਆਖਰੀ ਆ। ਉਹ ਆਉਂਦੇ ਰਹਿਣਗੇ ਤੇ ਬਦਲ ਜ਼ਰੂਰ ਪੈਦਾ ਹੋਊਗਾ ਉਸ ਧਰਤੀ ਦੇ ਉੱਤੇ, ਇੱਕ ਬਦਲ ਪੈਦਾ ਹੋਊਗਾ। ਅਦਰਵਾਈਜ਼ ਕੀ ਆ, ਕਿਸੇ ਨੂੰ ਨਿੰਦੀ ਜਾਓ, ਕਿਸੇ ਨੂੰ ਦੱਸੀ ਜਾਓ। ਜਿਵੇਂ ਕੇਜਰੀਵਾਲ ਹੋਣਾ ਨੇ ਇੱਕ ਬਦਲ ਲਿਆਂਦਾ ਸੀ, ਅਸੀਂ ਜੀ ਓਨੈਸਟ ਐਡਮਿਨਿਸਟ੍ਰੇਸ਼ਨ ਦੇਵਾਂਗੇ। ਕਹਿੰਦਾ ਵਿਚਾਰਧਾਰਾ ਕੀ ਆ, ਹੈਗਾ ਸਰਬੱਤ ਦਾ ਭਲਾ ਕੋਲੇ? ਕਹਿੰਦੇ ਨਹੀਂ, ਖਾਲੀ ਆ। ਉਹ ਕਹਿੰਦਾ ਫਿਰ ਸਰਬੱਤ ਦਾ ਭਲੇ ਵਾਲਾ ਜਿਹੜਾ ਗੁਰੂ ਪਾਤਸ਼ਾਹ ਨੇ ਇਹ ਵੈਸੇ ਨਹੀਂ ਸੀ ਕੀਤਾ, ਅਦਰਵਾਈਜ਼ ਤਾਂ 239 ਸਾਲ ਲਾਉਣੇ ਨਹੀਂ ਸੀਗੇ। ਨਾ ਉਹਨਾਂ ਨੂੰ ਤਵੀ ਤੇ ਬੈਠਣ ਦੀ ਲੋੜ ਸੀ, ਨਾ ਗਲ ਕਟਵਾਉਣ ਦੀ ਲੋੜ ਸੀ, ਨਾ ਬੱਚੇ ਸ਼ਹੀਦ ਕਰਾਉਣ ਦੀ ਲੋੜ ਸੀ। ਜੇ ਇੱਥੇ ਤੱਕ ਹੀ ਗੱਲ ਨਿਬੜਦੀ, ਉਹਨਾਂ ਨੇ ਸਰਬੱਤ ਦਾ ਭਲਾ ਕਰਾਉਣਾ। ਅਕਾਲ ਪੁਰਖ ਨੇ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਬੱਚੀਆਂ ਰਾਹੀਂ ਸਰਬੱਤ ਦਾ ਭਲਾ ਕਰਾਉਣਾ। ਇਹ ਇੱਕ ਇਹੋ ਜਿਹੇ ਮੋੜ ਤੇ ਖੜੇ ਆ ਆਪਾਂ। ਇਹ ਵਰਤਾਰਾ ਇਦਾਂ ਦਾ ਕਿ ਨਾ ਤਾਂ ਇੱਕ ਦਿਨ 'ਚ ਹੋਇਆ ਤੇ ਨਾ ਇਹ ਇੱਕ ਦਿਨ 'ਚ ਕਿਸ ਨੂੰ ਭੁੱਲ ਜਾਣਾ, ਬੜਾ ਲੰਬਾ ਆ। ਕਿਹੜੀ ਇਹੋ ਜਿਹੀ ਚੀਜ਼ ਤੁਸੀਂ ਦੋ ਤਿੰਨ ਪਿਕ ਕਰਦੇ ਜਿਹੜੀਆਂ ਸਦਾ ਚੇਤੇ ਰੱਖਣ ਵਾਲੀਆਂ, ਦਿਮਾਗ 'ਚ ਰੱਖਣ ਵਾਲੀਆਂ? ਬਸ ਮੋਟੇ ਜਿਹੇ ਤੌਰ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਸਮਝ ਲਿਆ, ਜਿਵੇਂ ਆਪਾਂ ਅੱਜ ਸਮਝਣ ਦਾ ਯਤਨ ਕਰਦੇ ਆ, ਜਿੱਦਣ ਗੁਰੂ ਨਾਨਕ ਨੂੰ ਇੱਕ ਲਫ਼ਜ਼ਾਂ ਦੇ ਵਿੱਚ ਜਾਂ ਇੱਕ ਬੰਦਾ ਸਮਝ ਜਾਂ ਸਮਝਾਉਣ ਦੇ ਕਾਬਲ ਹੋ ਗਿਆ, ਸਮਝ ਲਓ ਕਿ ਦੁਨੀਆ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਕਦੇ ਨਹੀਂ ਪੈਦਾ ਹੋਈ। ਇਹਨੂੰ ਕਲੈਕਟਿਵਲੀ ਸਮਝਣਾ ਪਊਗਾ। ਕੋਈ ਇੱਕ ਸਮਝਾਊਗਾ, ਕੋਈ 10 ਸਮਝਾਉਣਗੇ। ਤਾਂ ਹੀ ਮੈਂ ਕਹਿੰਦਾ ਕਿ ਦੁਨੀਆ 'ਚ ਇੱਕ ਇਹੋ ਜਿਹੀ ਕਲਾਸ ਲੱਗੀ ਹੋਈ ਆ ਜਿਹੜੀ ਸਾਰੇ ਤਰੀਕੇ ਨਾਲ, ਮੋਦੀ ਆਪਣੇ ਆਪ ਨੂੰ ਸਮਝਾ ਰਹੇ ਆ, ਮੋਦੀ ਬਹੁਤ ਮਦਦ ਕਰ ਰਿਹਾ, ਜਦ ਕਿ ਉਦੋਂ ਦੇ ਬੜੇ ਜਿਹੜੇ ਅਖੌਤੀ ਪੱਤਰਕਾਰ, ਬੜੇ ਚੰਗੇ ਚੰਗੇ ਵਧੀਆ ਪੱਤਰਕਾਰ ਵੀ ਆ, ਉਹ ਬੜਾ ਚੇਤਾਵਨੀ ਦਿੰਦੇ ਆ। ਉਹ ਕਹਿੰਦੇ ਤੂੰ ਇਹਨਾਂ ਨਾਲ ਪੰਗਾ ਲੈ ਲਿਆ। ਕਿਹਨਾਂ ਨਾਲ ਲੈ ਲਿਆ? ਸਰੀਰ ਤਾਂ ਸਾਡੇ ਉਹੋ ਜਿਹੇ ਹੀ ਆ ਜਿਵੇਂ ਬਾਕੀਆਂ ਦੇ ਆ। ਉਹ ਕਹਿੰਦਾ ਨਹੀਂ, ਤੁਸੀਂ ਗੁਰੂ ਨਾਨਕ ਦੇ ਬੱਚੇ, ਜਿਹਨੂੰ ਸਿੱਖ ਕਹਿੰਦੇ ਆਪਾਂ, ਉਹ ਕਹਿੰਦੇ ਤੂੰ ਪੰਗਾ ਲੈ ਲਿਆ, ਇਹ ਆਪਾਂ ਨੂੰ ਬਹੁਤ ਮਹਿੰਗਾ ਪਊਗਾ। ਕਾਹਦੀ, ਕਿਹੜੀ ਚੀਜ਼ ਨੂੰ ਮਹਿੰਗਾ ਪਊਗਾ? ਜਿਹੜਾ ਇੱਕ ਢਾਂਚਾ ਜਿਹਾ ਬਣਾਇਆ ਹੋਇਆ, ਜਿਹੜਾ ਲੋਕਾਂ ਨੂੰ ਲੁੱਟਣ ਖਸੁੱਟਣ ਦੇ ਲਈ, ਲੋਕਾਂ ਨੂੰ ਕੰਟਰੋਲ ਕਰਨ ਦੇ ਲਈ ਉਹ ਬਣਾਇਆ ਹੋਇਆ। ਉਹ ਕਹਿੰਦੇ ਵੀ ਇਹਨੂੰ ਉੱਜੜ ਜੂਗਾ। ਉਹਨੂੰ ਇਹ ਇਨਡਾਇਰੈਕਟਲੀ ਇਹ ਕਹਿੰਦੇ ਆ ਬਈ ਨਹੀਂ, ਤੂੰ ਸਿੱਖਾਂ ਨਾਲ ਪੰਗਾ ਲੈ ਲਿਆ, ਇਹ ਬਹੁਤ ਖਤਰਨਾਕ ਸਾਬਤ ਹੋਊਗਾ। ਇਹ ਉਸ ਪਾਸੇ ਨੂੰ ਜਾਂਦੀ ਗੱਲ ਆ ਜਿਹੜੀ ਆਪਾਂ ਨੂੰ ਬਹੁਤ ਜ਼ਿਆਦਾ ਇਸ ਕਰਕੇ ਜ਼ਰੂਰੀ ਆ। ਆਪਾਂ ਨੂੰ ਵੀ ਸਮਝ ਨਹੀਂ ਸੀਗੀ, ਆ ਜਿਹੜੀਆਂ ਚੀਜ਼ਾਂ ਵਰਤ ਰਹੀਆਂ ਇਹ ਆਪਾਂ ਨੂੰ ਸਮਝ ਨਹੀਂ ਸੀ। ਬਹੁਤ ਜ਼ਿਆਦਾ ਵਧੀਆ ਬ੍ਰਿਲੀਅੰਟ ਹੋ ਰਿਹਾ ਕਿ ਸਾਨੂੰ ਇੱਕ ਜ਼ਿੰਮੇਵਾਰ ਬਣਾ ਰਿਹਾ। ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਬੱਚੀਆਂ ਨੂੰ ਉਹ ਇਸ ਤੋਂ ਕਿ ਅਸੀਂ ਦੇਖਣ ਨੂੰ ਚੰਗੇ ਲੱਗੀ ਜਾਈਏ ਜਾਂ ਅਸੀਂ ਵਧੀਆ ਗੱਲਾਂ ਕਰੀ ਜਾਈਏ। ਉਹ ਕਹਿੰਦੇ ਨਹੀਂ, ਮੈਂ ਤੁਹਾਨੂੰ ਵਰਤਾਰੇ 'ਚ ਲਿਆਉਣਾ ਚਾਹੁੰਦਾ। ਤਾਂ ਹੀ ਲੰਗਰ ਚੱਲ ਗਏ ਨਾ। ਪਤਾ ਹੀ ਨਹੀਂ ਲੰਗਰ ਕੌਣ ਚਲਾ ਰਿਹਾ, ਕਿੱਥੋਂ ਚਲਾ ਰਿਹਾ, ਭਾਵਨਾ ਕੀ ਆ ਤੇ ਜਾਬਤਾ। ਇਦੋਂ ਦੁਨੀਆ 'ਚ ਕੋਈ ਹੋ ਸਕਦਾ? ਲੱਖਾਂ ਦਾ ਇਕੱਠ ਹੋਵੇ, 2 ਮਹੀਨੇ ਦਾ ਸਮਾਂ ਹੋਵੇ, ਫਰਸਟ੍ਰੇਸ਼ਨ ਹੋਵੇ ਪੂਰੀ, ਤੁਹਾਨੂੰ ਆਪਦੇ ਮੀਡੀਏ, ਆਪਦੇ ਸੋਸ਼ਲ ਮੀਡੀਆ ਦੇ ਰਾਹੀਂ ਉਹ ਹਰ ਇੱਕ ਉਹ ਚੀਜ਼ ਕਹਿੰਦੇ ਹੋਣ, ਜਿੱਲਤ ਦਿੰਦੇ ਹੋਣ, ਤੇ ਬੰਦੇ ਰਿਸਟ੍ਰੇਨ ਦੇ ਵਿੱਚ ਰਹਿਣ। ਕਹਿੰਦਾ ਬੰਦਾ ਰਹਿ ਸਕਦਾ ਰਿਸਟ੍ਰੇਨ 'ਚ? ਕਹਿੰਦਾ ਇੰਪੋਸੀਬਲ ਆ, ਜਿੰਨਾ ਚਿਰ ਅਕਾਲ ਪੁਰਖ ਆਪ ਰਿਸਟ੍ਰੇਨ 'ਚ ਨਹੀਂ ਲਿਆਉਂਦਾ। ਇਹ ਆ ਗੁਰੂ ਨਾਨਕ ਪਾਤਸ਼ਾਹ ਦਾ ਚਮਤਕਾਰ। ਉਹ ਕਹਿੰਦਾ ਫਿਰ ਆਪਾਂ ਨੂੰ ਇਹ ਸੁਨੇਹਾ ਦਿੰਦੇ ਨੇ, ਜਿੱਦਣ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਅੰਡਰ ਜਿਉਣ ਲੱਗ ਜਾਂਦੇ ਆ, ਉਹ ਆਪਣੇ ਬ੍ਰਿਲੀਅੰਟ ਦਿਨ ਸ਼ੁਰੂ ਹੋ ਜਾਂਦੇ ਆ। ਕਹਿੰਦੇ ਹੁਣ ਨਜ਼ਾਰਾ ਕਾਹਦਾ ਲਈ ਜਾਂਦੇ ਆ? ਲੰਗਰ ਛਕਾ ਰਹੇ ਆ, ਘਰੋਂ ਬਾਹਰ ਬੈਠੇ ਆ, ਪੈਸੇ ਆਪਦੀ ਜੇਬਾਂ 'ਚ ਪਾ ਰਹੇ ਆ, ਕਹਿੰਦਾ ਨਜ਼ਾਰਾ ਲੈ ਰਹੇ ਆ। ਉਹ ਕਹਿੰਦਾ ਆਹੀ ਤਾਂ ਦੱਸਣਾ ਸੀਗਾ। ਕਹਿੰਦਾ ਨਜ਼ਾਰਾ ਤਾਂ ਹੈ ਹੀ ਇਹਦੇ 'ਚ ਆ, ਲੁੱਟ ਖਸੁੱਟ 'ਚ ਤਾਂ ਨਰਕ ਆ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸਮਝਾਇਆ ਸੀਗਾ, ਪਰ ਦਸੇ ਜਾਮਿਆਂ ਦੇ ਵਿੱਚ ਜਿਹੜੀ ਚੀਜ਼ ਸਮਝਾਈ ਸੀ ਸਾਹਮਣੇ ਆ। ਬਹਾਦਰ ਬੜੇ ਆ। ਉਹ ਕਹਿੰਦਾ ਬਹਾਦਰੀ ਦਾ ਅੰਤ ਆ ਕੋਈ? ਫੌਜਾਂ ਮੂਹਰੇ ਖੜੀਆਂ, ਸਾਰੇ ਪਾਸਿਓਂ ਖਤਰੇ ਨੇ, ਮੌਸਮ ਵੀ। ਆਪਾਂ ਤਾਂ ਕਰਦੇ ਰਹੇ ਨਾ ਫਤਿਹਗੜ੍ਹ ਸਾਹਿਬ ਦੀਆਂ ਗੱਲਾਂ। ਕਹਿੰਦੇ ਪੋਹ ਮਾਹ ਦੀਆਂ ਰਾਤਾਂ ਦੇ ਵਿੱਚ ਠੰਡੇ ਬੁਰਜ ਦੀਆਂ ਗੱਲਾਂ ਕਰਦੇ ਸੀ। ਅੱਜ ਤਾਂ ਠੰਡੇ ਬੁਰਜ ਤੋਂ ਵੀ ਵੱਧ ਠੰਡ ਦੇ ਵਿੱਚ ਉੱਥੇ 1.5 ਮਹੀਨੇ ਦੇ ਲਈ ਲੱਖਾਂ ਜਾਣੇ ਬਹਾਤੇ ਉਹ ਮੀਂਹ ਦੇ 'ਚ। ਇਹਦਾ ਮਤਲਬ ਸਾਨੂੰ ਸੁਨੇਹੇ ਕੀ ਨੇ? ਉਹ ਕਹਿੰਦੇ ਉਹ ਤਾਂ
ਹਿਸਟਰੀ ਦੀ ਗੱਲ ਕਰਦੇ ਸੀਗੇ, ਸਾਡੇ ਬਾਬੇ ਸੀਗੇ, ਉਹ ਕਹਿੰਦਾ ਸਾਡੇ ਅੱਜ ਬਾਬੇ, ਉਹ ਬਾਬਿਆਂ ਦੇ ਬੱਚੇ ਬੱਚੀਆਂ ਸਾਰੇ ਬਹਾਤੇ। ਕਹਿੰਦੇ ਫਿਰ ਆਪਾਂ ਨੂੰ ਹਜੇ ਹੁਣ ਸਮਝਣ ਦੀ ਲੋੜ ਆ। ਕਹਿੰਦੇ ਹਾਂ ਅਸੀਂ ਦੱਸਾਂਗੇ, ਅਸੀਂ ਡਿਫਾਈਨ ਕਰਾਂਗੇ। ਮੁਗਲਾਂ ਨਾਲ ਲੜੇ ਸੀ, ਮੁਸਲਮਾਨਾਂ ਨਾਲ ਕੋਈ ਵੈਰ ਨਹੀਂ ਸੀਗਾ। ਸਾਨੂੰ ਅੱਜ ਹਿੰਦੂਤਵ ਵਾਲਿਆਂ ਨੇ ਚੈਲੰਜ ਕੀਤਾ, ਅਸੀਂ ਲੜਾਂਗੇ, ਸਾਡਾ ਹਿੰਦੂ ਦੇ ਨਾਲ ਕੋਈ ਵੈਰ ਨਹੀਂ ਹੋਊਗਾ। ਇਹ ਸਮਝਣ ਦੀ ਆ, ਇਹ ਗੁਰੂ ਨਾਨਕ ਪਾਤਸ਼ਾਹ ਤੋਂ ਬਿਨਾਂ ਨਹੀਂ ਹੋ ਸਕਦਾ। ਫਿਰ ਆਪਾਂ ਨੂੰ ਐਮਫੇਸਾਈਜ਼ ਕਰਦੇ ਆ, ਆਪਾਂ ਸਾਰੇ ਵੀਰ ਭੈਣ ਇੱਕ ਦੂਜੇ ਨੂੰ ਵੀ ਪਰਚਾ ਗੱਲਾਂ ਕਰਕੇ ਵਿਚਾਰ ਕਰਕੇ ਇਹੀ ਗੱਲਾਂ ਕਰਨੀਆਂ ਚਾਹੀਦੀਆਂ ਕਿ ਗੁਰੂ ਨਾਨਕ ਦੀ ਛੱਤਰ ਛਾਇਆ ਹੇਠ ਆ ਜਾਈਏ। ਥਰੈਟੀਕਲ ਨਹੀਂ, ਸਿੱਖੀ ਪ੍ਰੈਕਟੀਕਲ ਆ। ਅੱਜ ਪ੍ਰੈਕਟੀਕਲ ਦਾ ਵਰਤਾਰਾ ਤੁਸੀਂ ਇਹ ਸਾਰੇ ਵੈਨਕੂਵਰ ਆਲੇ ਦੁਆਲੇ ਦੇਖਦੇ ਆ, ਕਿਹੋ ਜਿਹੇ ਵੀਰ ਭੈਣ ਨੇ, ਸਾਰੇ ਉਮੜ ਕੇ ਉਹਦੇ ਛੱਤਰ ਛਾਇਆ ਹੇਠ ਆ ਰਹੇ ਨੇ, ਆਪਣੇ ਆਪ ਨੂੰ ਸਮਝ ਰਹੇ ਨੇ ਤੇ ਦੂਜਿਆਂ ਨੂੰ ਬਹੁਤ ਪਿਆਰ ਦੇ ਨਾਲ ਸਮਝਾ ਰਹੇ ਆ। ਧੰਨਵਾਦ ਜੀ ਗੱਲ ਕਰਨ। ਧੰਨਵਾਦ ਵੀਰ ਤੁਹਾਡਾ। ਸੋ ਸਭ ਤੋਂ ਪਹਿਲਾਂ ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਮੁਖਤਿਆਰ ਸਿੰਘ ਬੋਪਰਾ ਹੈ ਜੀ। ਸੋ ਕੀ ਕਹਿਣਾ ਚਾਹੁੰਦੇ ਹੋ ਵੀ ਜੋ ਉੱਥੇ ਇਸ ਵਕਤ ਅੰਦੋਲਨ ਇੰਨਾ ਲੰਬਾ ਚੱਲ ਗਿਆ ਔਰ ਇੰਨੀਆਂ ਮੌਤਾਂ ਵੀ ਹੋ ਚੁੱਕੀਆਂ, ਸੋ ਕੀ ਲੱਗਦਾ ਹੁਣ ਤੁਹਾਨੂੰ? ਮੈਨੂੰ ਜਾਂ ਸਾਡੀ ਜਿਹੜੀ ਈਸਟ ਇੰਡੀਅਨ ਡਿਫੈਂਸ ਕਮੇਟੀ ਆ ਤੇ ਹੋਰ ਜਿਹੜੇ ਪ੍ਰੋਗਰੈਸਿਵ ਲੋਕ ਨੇ, ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਜਿਹੜਾ ਸਾਡੇ ਪੰਜਾਬ ਦੇ ਤੇ ਹਿੰਦੁਸਤਾਨ ਦੇ ਕਿਸਾਨ ਨੇ, ਜਿਹੜੇ ਮੋਦੀ ਨੇ ਉਹ 3 ਕਾਲੇ ਕਾਨੂੰਨ ਜਿਨ੍ਹਾਂ ਨੂੰ ਕਹਿੰਦੇ ਨੇ ਉਹ ਲੈ ਕੇ ਆਂਦੇ ਆ, ਉਹਨਾਂ ਦੇ ਉਲਟੋ ਸਟਰਗਲ ਕਰ ਰਹੇ ਆ। MSP ਜਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਾਸਤੇ ਉਹ ਲੜ ਰਹੇ ਆ ਲੰਬੇ ਸਮੇਂ ਤੋਂ। ਅਸੀਂ ਇੱਥੇ ਉਹਨਾਂ ਦੇ ਕਿਸਾਨਾਂ ਦੀ ਸਪੋਰਟ ਦੇ ਵਿੱਚ ਇੱਥੇ ਆਏ ਆ। ਪਹਿਲਾਂ ਵੀ ਅਸੀਂ ਇੰਡੀਅਨ ਕੌਂਸਲੇਟ ਦਫ਼ਤਰ ਦੇ ਵਿੱਚ ਡਾਊਨਟਾਊਨ ਕਰਦੇ ਹਾਂ, ਸਰੀ ਦੇ ਵਿੱਚ ਵੀ ਕੀਤੇ ਆ, ਹੋਰ ਵੀ ਕਰਦੇ ਹਾਂ ਅਸੀਂ ਜਿੱਥੇ ਸਾਨੂੰ ਮੌਕਾ ਮਿਲਦਾ ਹੈ। ਅੱਜ ਅਸੀਂ ਇੱਥੇ ਜਿਹੜਾ ਆਇਸਫੋਰਡ ਤੋਂ ਆਪਣੇ ਕਾਰ ਰੈਲੀ ਆ ਰਹੀ ਆ, ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਆਏ ਆ ਇੱਥੇ। ਔਰ ਅਸੀਂ ਸਟਰੋਂਗਲੀ ਆਪਦੇ ਵੱਲੋਂ ਆਵਾਜ਼ ਇਹ ਪਹੁੰਚਦੀ ਹੀ ਕਰਨੀ ਚਾਹੁੰਦੇ ਹਾਂ ਇੰਡੀਅਨ ਕੌਂਸਲੇਟ ਤੇ ਇੰਡੀਅਨ ਗਵਰਨਮੈਂਟ ਤੱਕ ਵੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਲਦੀ ਤੋਂ ਜਲਦੀ ਉਹ ਮੰਨੀਆਂ ਜਾਣ, ਜਾਣੀ ਕਿ ਕਾਲੇ ਕਾਨੂੰਨ ਹੈ ਜਿਹੜੇ ਉਹ ਵਾਪਸ ਲਏ ਜਾਣ, ਤਾਂ ਕਿ ਜਿਹੜੇ ਉੱਥੇ ਲੱਖਾਂ ਹੀ ਕਿਸਾਨ ਮਜ਼ਦੂਰ ਹਿੰਦੁਸਤਾਨ ਦੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਤੇ ਉਹ ਆਪਣੇ ਘਰਾਂ ਨੂੰ ਜਾ ਸਕਣ, ਜਿਨ੍ਹਾਂ ਦਾ ਨੁਕਸਾਨ ਬਹੁਤ ਹੋ ਚੁੱਕਿਆ। 130 ਦੇ ਲਗਭਗ ਉੱਥੇ ਜਾਨਾਂ ਜਾ ਚੁੱਕੀਆਂ ਨੇ ਠੰਡ ਦੇ ਵਿੱਚ, ਤੇ ਹੋਰ ਵੀ ਉੱਥੇ ਸ਼ਹੀਦੀਆਂ ਹੋ ਰਹੀਆਂ ਨੇ। ਅਸੀਂ ਉਸੇ ਦੇ ਆਪਣੇ ਡੈਮੋਨਸਟ੍ਰੇਸ਼ਨ ਕਰ ਰਹੇ ਹਾਂ ਰੋਸ ਵਜੋਂ ਵੀ ਉਹ ਸਾਡੀਆਂ ਮੰਗਾਂ ਇੰਡੀਆ ਦੇ ਕਿਸਾਨਾਂ ਦੀਆਂ ਮੰਨੀਆਂ ਜਾਣ ਤੇ ਲਾਗੂ ਜਲਦੀ ਕੀਤੀਆਂ ਜਾਣ। ਇੱਕ ਮਾਹੌਲ ਬਣਿਆ ਹੋਇਆ ਸੀ ਟਕਰਾਅ ਦਾ 2-3 ਦਿਨ ਤੋਂ, ਕਿਉਂਕਿ ਟਰੈਕਟਰ ਰੈਲੀ ਦੀ ਗੱਲ ਕੀਤੀ ਜਾ ਰਹੀ ਸੀ। ਹੁਣ ਫੈਸਲਾ ਇਹ ਹੋਇਆ ਕਿ ਟਰੈਕਟਰ ਰੈਲੀ ਦੀ ਜਿਹੜੀ ਪਰਮਿਸ਼ਨ ਹੈ ਦਿੱਲੀ ਪੁਲਿਸ ਨੇ ਦੇ ਦਿੱਤੀ ਆ। ਸੋ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਫੈਸਲੇ ਨੂੰ ਤੇ ਟਰੈਕਟਰ ਰੈਲੀ ਨੂੰ? ਜਿਹੜਾ ਮੇਰਾ ਆਪਦਾ ਜਾਂ ਸਾਡੀ ਜਥੇਬੰਦੀ ਦਾ ਲੱਗਦਾ ਹੈ ਵੀ ਇਹ ਸਾਡੀ ਤਾਕਤ ਨੂੰ ਵੇਖ ਕੇ ਹੀ ਵੀ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ, ਮਜ਼ਦੂਰ ਹੈ ਜਾਂ ਹੋਰ ਜਿਹੜੇ ਲੋਕ ਨੇ, ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਮੋਬਿਲਾਈਜੇਸ਼ਨ ਕਰੀ ਆ। ਪੰਜਾਬ ਹਰਿਆਣਾ ਖਾਸ ਕਰਕੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੈਠੇ ਆ। ਉਹਨਾਂ ਦੀ ਡਿਮਾਂਡ ਸੀ ਵੀ ਸਾਨੂੰ ਦਿੱਲੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਵੇ। ਜਦੋਂ ਪਹਿਲਾਂ ਵੀ ਆਏ ਨੇ ਦਿੱਲੀ ਦੀਆਂ ਜਿਹੜੀਆਂ ਫੋਰਸਸ ਸੀਗੀਆਂ, ਐਡਮਿਨਿਸਟ੍ਰੇਟਿਵ ਫੋਰਸ, ਉਹਨਾਂ ਨੂੰ ਬਾਰਡਰਾਂ ਤੇ ਹੀ ਰੋਕਿਆ, ਚਾਹੇ ਉਹ ਗਾਜੀਪੁਰ ਦਾ ਸੀਗਾ, ਚਾਹੇ ਉਹ ਪਲਵਲ ਦਾ ਸੀ, ਚਾਹੇ ਸ਼ਾਹਜਹਾਂਪੁਰ ਜਾਂ ਟਿਕਰੀ ਜਾਂ ਸਿੰਘੂਵਾਲ ਦਾ ਜਿਹੜਾ ਬਾਰਡਰ ਆ, ਉੱਥੇ ਉਹ ਬਾਰਡਰਾਂ ਤੇ ਹੀ ਬੈਠੇ ਨੇ। ਪਰ ਉਹਨਾਂ ਦੀ ਇੱਕ ਮੇਨ ਸਟਰੋਂਗਲੀ ਇਹ ਡਿਮਾਂਡ ਸੀ ਵੀ ਅਸੀਂ ਦਿੱਲੀ ਦੇ ਅੰਦਰ ਜਾਣਾ ਚਾਹੁੰਦੇ ਹਾਂ। ਹੁਣ ਕੱਲ੍ਹ ਪਤਾ ਲੱਗਿਆ ਵੀ ਪੁਲਿਸ ਨੇ ਉਹਨਾਂ ਦਾ ਇਹ ਗੱਲ ਹੋ ਗਈ ਆ ਉਹਨਾਂ ਨਾਲ ਤੈਅ, ਉਹਨਾਂ ਨੇ ਰੂਟ ਵਗੈਰਾ ਤੈਅ ਕਰ ਲਏ ਵੀ ਕਿਸਾਨਾਂ ਨੂੰ 26 ਜਨਵਰੀ ਨੂੰ ਆਪਦਾ ਜਿਹੜਾ ਡੈਮੋਨਸਟ੍ਰੇਸ਼ਨ ਆ, ਜਿਹੜੀਆਂ ਬਕਾਇਦਾ ਰੂਪ ਦੇ ਵਿੱਚ ਉਹਨਾਂ ਦੀਆਂ ਝਾਂਕੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ, ਵੀ ਜਿਸ ਤਰ੍ਹਾਂ ਸਰਕਾਰ ਨੇ ਰਾਜਪਥ ਤੋਂ ਲਾਲ ਕਿਲ੍ਹੇ ਵੱਲ ਨੂੰ ਇੱਕ ਮਾਰਚ ਕਰਨਾ ਹੈ, ਉਸੇ ਤਰ੍ਹਾਂ ਹੀ ਕਿਸਾਨਾਂ ਦਾ ਜਿਹੜਾ ਮਾਰਚ ਹੈ ਉਹ ਦਿੱਲੀ ਦੇ 5 ਬਾਰਡਰਾਂ ਤੋਂ ਹੀ ਐਂਟਰ ਕਰੂਗਾ। ਔਰ ਦਿੱਲੀ ਦਾ ਜਿਹੜਾ ਜਿਹਨੂੰ ਆਊਟਰ ਰਿੰਗ ਰੋਡ ਕਹਿੰਦੇ ਆ, ਉਹਦੇ ਉੱਤੇ ਉਹ ਆਪਦੀਆਂ ਝਾਂਕੀਆਂ ਦਿਖਾਉਣਗੇ ਤੇ ਦਿਖਾਵਾ ਕਰਨਗੇ। ਤੇ ਸਾਰੇ ਵਰਲਡ ਦੇ ਵਿੱਚ ਜਿਵੇਂ ਆਪਾਂ ਵੀ ਇੱਥੋਂ ਪ੍ਰੈਸ਼ਰ ਬਣਾ ਰਹੇ ਹਾਂ, ਉੱਥੋਂ ਇੰਡੀਆ ਦੇ ਵਿੱਚੋਂ ਵੀ ਪ੍ਰੈਸ਼ਰ ਬਣ ਰਿਹਾ ਵੀ ਸਾਡੀਆਂ ਮੰਗਾਂ ਜਿਹੜੀਆਂ ਜਲਦੀ ਮੰਨੀਆਂ ਜਾਣ। ਇਸ ਧੰਨਵਾਦ ਗੱਲਬਾਤ ਕਰਨ ਦਾ। ਸੋ ਹੋਰ ਵੀ ਮੈਂਬਰ ਹੈ, ਉਹਨਾਂ ਨਾਲ ਗੱਲਬਾਤ ਕਰਦੇ ਆ। ਆਜੋ ਅੱਗੇ ਆਜੋ। ਸੋ ਕੀ ਨਾਮ ਤੁਹਾਡਾ? ਮੇਰਾ ਨਾਮ ਪਰਮਿੰਦਰ ਸਵੈਚ ਆ ਤੇ ਅਸੀਂ ਇੱਥੋਂ ਲਗਾਤਾਰ ਜਦੋਂ ਦਾ ਇਹ ਉੱਥੇ ਅੰਦੋਲਨ ਸ਼ੁਰੂ ਹੋਇਆ, ਅਸੀਂ ਉਦੋਂ ਤੋਂ ਹੀ ਲਗਾਤਾਰ ਈਸਟ ਇੰਡੀਅਨ ਡਿਫੈਂਸ ਕਮੇਟੀ ਤੇ ਤਕਸ਼ੀਲ ਕਲਚਰ ਸੁਸਾਇਟੀ ਵੱਲੋਂ ਲਗਾਤਾਰ ਇੱਥੇ ਪ੍ਰੋਗਰਾਮ ਕਰਦੇ ਆ। ਜਿਹੜਾ ਵੀ ਸੰਯੁਕਤ ਮੋਰਚੇ ਦਾ ਆਉਂਦਾ ਹੈਗਾ ਸੱਦਾ ਵੀ ਤੁਹਾਨੂੰ ਹੁਣ ਉਹ ਆ ਕਰ ਰਹੇ ਨੇ ਤੇ ਹੁਣ ਸਾਰੇ ਬਾਹਰੋਂ ਉਹ ਸਪੋਰਟ ਕਰਨੀ ਚਾਹੀਦੀ ਆ, ਉਸੇ ਤਰ੍ਹਾਂ ਲਗਾਤਾਰ ਪਹਿਲਾਂ ਅਸੀਂ ਉੱਦਾਂ ਰੈਲੀਆਂ ਕਰਦੇ ਰਹੇ ਹਾਂ, ਸਰੀ ਦੇ ਵਿੱਚ ਕਰਦੇ ਰਹੇ ਹਾਂ, ਚਾਹੇ ਉਹਨਾਂ ਨੇ ਕੌਂਸਲੇਟ ਦੇ ਦਫ਼ਤਰ ਦੇ ਅੱਗੇ ਆ ਕੇ ਕਿਹਾ ਜਾਂ ਇਹਨਾਂ ਨੂੰ ਚਿੱਠੀਆਂ ਦੇਣ ਦੇ ਲਈ ਕਿਹਾ ਵੀ ਆਪਦੀਆਂ ਰਿਕੁਐਸਟ ਪਾਓ, ਜਾਂ ਅਸੀਂ ਈਮੇਲਾਂ ਕੀਤੀਆਂ
ਕੀਤੀਆਂ ਤੇ ਉਹ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਵੀ ਇਹ ਕਾਨੂੰਨਾਂ ਨੂੰ ਸਾੜਨਾ ਚਾਹੀਦਾ ਸਾਨੂੰ, ਕਿਉਂਕਿ ਸਾਡੇ ਹੱਕਾਂ ਤੇ ਡਾਕਾ ਹੈ ਇਹ ਕਾਨੂੰਨ ਨੇ ਜਿਹੜੇ, ਉਹ ਤਿੰਨੇ ਕਾਨੂੰਨਾਂ ਦੀਆਂ ਅਸੀਂ ਕਾਪੀਆਂ ਸੀ ਜਿਹੜੀਆਂ ਉਹਨਾਂ ਦੀ ਲੋਹੜੀ ਬਾਲੀ ਤੇ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਬਹੁਤ ਸਾਰੇ ਲੋਕ ਇੱਥੋਂ ਜਿਹੜੇ ਲੋਕ ਨੇ ਥਾਂ ਥਾਂ ਤੇ ਖੜਦੇ ਆ। ਉਸੇ ਤਰ੍ਹਾਂ ਅੱਜ ਵੀ ਅਸੀਂ ਇੱਥੇ ਹੋਰ ਜਥੇਬੰਦੀਆਂ ਦਾ ਸੱਦਾ ਸੀਗਾ, ਅਸੀਂ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਵੱਧ ਤੋਂ ਵੱਧ ਲੋਕ ਨੇ ਜਿਹੜੇ ਇਕੱਠੇ ਹੋ ਸਕੀਏ, ਤਾਂ ਕਿ ਜਿਹੜਾ ਵੀ ਕਿਤੇ ਵੀ ਹਿਊਮਨ ਰਾਈਟਸ ਦੀ ਜਿਹੜੀ ਗੱਲ ਆ ਉਹ ਹੋਣੀ ਚਾਹੀਦੀ ਆ, ਕਿਉਂਕਿ ਜਿੱਥੇ ਵੀ ਲੋਕਾਂ ਤੇ ਧੱਕਾ ਹੋ ਰਿਹਾ ਅਸੀਂ ਉਹਦੇ ਲਈ ਖੜਦੇ ਹਾਂ। ਪਰ ਅੱਜ ਸਾਡੇ ਜਿਹੜੇ ਭੈਣ ਭਰਾ ਨੇ ਉੱਥੇ ਉਹਨਾਂ ਦੇ ਸਾਨੂੰ ਜ਼ਿਆਦਾ ਪਤਾ ਲੱਗਦਾ ਵੀ ਉਹਨਾਂ ਦੀਆਂ ਹਾਲਤਾਂ ਕਿਹੜੀਆਂ ਹਰ ਰੋਜ਼ ਨਿੱਘਰਦੀਆਂ ਹੀ ਜਾ ਰਹੀਆਂ ਨੇ। ਜਦੋਂ ਦੀ ਮੋਦੀ ਸਰਕਾਰ ਬਣੀ ਹੈ, ਬੇਸ਼ੱਕ ਪਹਿਲੀਆਂ ਸਰਕਾਰਾਂ ਨੇ ਵੀ ਉਹਨਾਂ ਦੇ ਨਾਲ ਇਹ ਕੁਛ ਕੀਤਾ ਹੈਗਾ, ਪਰ ਜਦੋਂ ਦੀ ਮੋਦੀ ਸਰਕਾਰ ਆਈ ਆ ਉਹਨੇ ਤਾਂ ਕੋਈ ਹੱਦ ਹੀ ਤੋੜਤੀ, ਆਪਦੀ ਮਨਮਰਜ਼ੀ ਹਰ ਗੱਲ ਦੇ ਵਿੱਚ ਉਹਨਾਂ ਨੇ ਆਪਦੇ ਕਾਨੂੰਨ ਥੋਪੇ ਨੇ। ਪਰ ਲੋਕ ਸੀ ਜਿਹੜੇ ਲੋਕ ਅੱਜ ਜੇ ਉੱਠੇ ਨੇ ਤਾਂ ਉਹ ਦੇਖ ਉਹਨਾਂ ਦਾ ਇਹ ਹੋ ਗਿਆ ਸੀਗਾ, ਅੱਕ ਗਏ ਸੀ ਲੋਕ। ਅੱਜ ਹੁਣ ਸਾਰਾ ਭਾਰਤ ਜੇ ਇਕੱਠਾ ਹੋਇਆ ਤਾਂ ਅਸੀਂ ਇਸ ਗੱਲ ਦਾ ਇਹ ਕਹਿੰਦੇ ਆ ਵੀ ਇਹ ਬਹੁਤ ਵੱਡੀ ਗੱਲ ਹੋਈ ਆ। ਉਹਨਾਂ ਦੇ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ। ਕਿਸੇ ਜਿਹੜੀ ਅੱਜ ਤਾਂ ਇੱਥੇ ਰੈਲੀ ਨਿਕਲ ਰਹੀ ਹੈ, ਜਿਹੜੀ 26 ਨੂੰ ਉੱਥੇ ਨਿਕਲਣੀ ਹੈ, ਉਸ ਰੈਲੀ ਦੀ ਕਿੰਨੀ ਕੁ ਉਡੀਕ ਹੈ? ਉਹਦੀ ਬਹੁਤ ਉਡੀਕ ਹੈ ਜੀ, ਉਹ ਹੋ ਰਹੀ ਆ। ਹੁਣ ਅੱਜ ਆਪਾਂ ਨੂੰ ਫੈਸਲੇ ਦਾ ਪਤਾ ਵੀ ਉਹ ਜਿਹੜਾ ਉਹਨਾਂ ਨੇ ਫੈਸਲਾ ਦੇ ਦਿੱਤਾ ਵੀ ਪੁਲਿਸ ਹੈ ਜਿਹੜੀ ਉਹਨੇ ਦੇ ਦਿੱਤਾ, ਆਉਣ ਦੀ ਆਗਿਆ ਦੇ ਦਿੱਤੀ ਆ। ਉਹਦੇ ਲਈ ਵੀ ਹੁਣ ਹਰ ਰੋਜ਼ ਦੇਖਦੇ ਆ, ਤੁਸੀਂ ਦਿਖਾ ਰਹੇ ਹੁੰਦੇ ਹੋ ਟੀਵੀ ਤੇ ਵੀ ਸਾਰੇ ਟਰੈਕਟਰ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਕਿਵੇਂ ਤੁਰ ਪਏ ਨੇ। ਸੋ ਅਸੀਂ ਵੀ ਇੱਥੋਂ ਬੇਸ਼ੱਕ ਨਹੀਂ ਜਾ ਸਕਦੇ, ਪਰ ਸਾਡੀ ਪੂਰੀ ਸਪੋਰਟ ਆ। ਅਸੀਂ ਹਰ ਗੱਲ ਦੇ ਲਈ ਉਹਨਾਂ ਦੇ ਨਾਲ ਆ, ਤਨੋਂ ਮਨੋਂ ਤੁਹਾਨੂੰ ਸਾਰਾ ਕੁਝ ਅਸੀਂ ਪੂਰੀ ਉਹਨਾਂ ਦੀ ਹੈਲਪ ਕਰਦੇ ਆ। ਤਾਂ ਅਸੀਂ ਇਹ ਚਾਹੁੰਦੇ ਆ ਵੀ ਉਹ ਆਪਣੀ ਜਿੱਤ ਕਰਕੇ, ਕਿਉਂਕਿ ਜਿਹੜੇ ਹੁਣ 150 ਤੋਂ ਉੱਪਰ ਬੰਦੇ ਉੱਥੇ ਮਾਰੇ ਗਏ ਨੇ, ਉਹਨਾਂ ਦੀਆਂ ਜਿਹੜੀਆਂ ਜਾਨਾਂ ਨੇ ਉਹ ਅੰਜਾਈ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਨੇ ਉਹਨਾਂ ਦਾ ਮੁੱਲ ਪੈਣਾ ਚਾਹੀਦਾ। ਉਹ ਮੁੱਲ ਤਾਂ ਹੀ ਪੈ ਸਕਦਾ ਜੇ ਸਾਰੇ ਲੋਕ ਇਕੱਠੇ ਹੋਣਗੇ, ਕਿਉਂਕਿ ਅੱਗੇ ਉਹ ਸਾਨੂੰ ਪਾੜ ਕੇ ਰੱਖਦੇ ਸੀ, ਕਦੇ ਧਰਮਾਂ ਦੇ ਵਿੱਚ, ਕਦੇ ਜਾਤਾਂ ਦੇ ਵਿੱਚ, ਕਦੇ ਸਾਨੂੰ ਉਹ ਹੋਰ ਕਿਸੇ ਗੱਲਾਂ ਦੇ ਵਿੱਚ। ਇੱਥੋਂ ਤੱਕ ਕਿ ਔਰਤਾਂ ਨਹੀਂ ਸੀ ਉੱਠਦੀਆਂ, ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਉਹ ਰਸੋਈ ਦਾ ਹੀ ਕੰਮ ਕਰਦੀਆਂ ਨੇ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਉੱਥੇ ਔਰਤਾਂ ਦਾ ਜਿਹੜਾ ਰੋਲ ਆ ਉਹ ਉਹਨਾਂ ਤੋਂ ਵੀ ਵੱਧ ਕੇ ਆ। ਸੋ ਅਸੀਂ ਵੀ ਅੱਜ ਇੱਥੇ ਵੀ ਬਹੁਤ ਸਾਰੀਆਂ ਔਰਤਾਂ ਪਹੁੰਚ ਰਹੀਆਂ ਨੇ। ਸੋ ਅਸੀਂ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਇਸ ਸੰਘਰਸ਼ ਨੇ ਔਰਤਾਂ ਨੂੰ ਵੀ ਬਰਾਬਰ ਲਿਆ ਕੇ ਖੜਾ ਕਰ ਦਿੱਤਾ। ਇੱਕ ਬੱਚੇ ਬੁੱਢੇ ਤੋਂ ਲੈ ਕੇ ਗਰੀਬ ਅਮੀਰ ਜੋ ਵੀ ਹੈ, ਜੋ ਵੀ ਇਸ ਚੀਜ਼ ਦੇ ਨਾਲ ਜੁੜੇ ਹੋਏ ਨੇ, ਜੋ ਇਸ ਗੱਲ ਨੂੰ ਡੂੰਘਾਈ ਦੇ ਵਿੱਚ ਲੋਕ ਸਮਝਦੇ ਨੇ, ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਇਸ ਸੰਘਰਸ਼ ਦੇ ਵਿੱਚ। ਚਾਹੇ ਦੂਰ ਵੀ ਬੈਠੇ ਨੇ ਪਰ ਉਹ ਉਸ ਵਿੱਚ ਸ਼ਾਮਲ ਨੇ। ਅਸੀਂ ਜਦੋਂ ਆਪਣੇ ਮਨ ਦੇ ਉੱਤੋਂ ਸ਼ਾਮਲ ਆ ਤਾਂ ਮੇਰਾ ਖਿਆਲ ਆ ਅਸੀਂ ਅੱਜ ਐਂ ਲੱਗਦਾ ਵੀ ਅਸੀਂ ਦਿੱਲੀ ਦੇ ਵਿੱਚ ਪਹੁੰਚੇ ਹੋਏ ਹਾਂ। ਹਾਂਜੀ, ਧੰਨਵਾਦੀ ਗੱਲ। ਥੈਂਕ ਯੂ ਵੀਰ ਜੀ, ਥੈਂਕ ਯੂ। ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਲਖਵੀਰ ਖੁਣਖੁਣਿਆ ਜੀ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਇਹ ਭਾਰਤ ਕੈਨੇਡਾ 'ਚ ਸਾਰਾ ਅੰਦੋਲਨ ਜਿਸ ਤਰੀਕੇ ਨਾਲ ਚੱਲ ਰਿਹਾ? ਇਹਦੇ ਤੇ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਹੜੀ ਮੋਦੀ ਸਰਕਾਰ ਆ ਉਹਦੀ ਜਿਹੜੀ ਅਸਲੀ ਕੰਪਲਸ਼ਨ ਹੈਗੀ ਆ ਇਹਨਾਂ ਲਾਜ਼ ਨੂੰ ਲਿਆਉਣ ਲਈ, ਉਹ ਵੀ ਇਹਨੇ ਤੁਰਤ ਫੁਰਤ ਤਰੀਕੇ ਨਾਲ ਕਿ ਕੋਵਿਡ ਦੇ ਵਿੱਚ ਫਟਾਫਟ ਕਰਕੇ ਰਾਜ ਸਭਾ ਦੇ ਵਿੱਚ ਵਿਦਆਊਟ ਵੋਟਿੰਗ ਜਿਹੜਾ ਇਹ ਪਾਸ ਹੋਇਆ ਹੈਗਾ। ਉਹਨਾਂ ਦੀ ਜਿਹੜੀ ਕੰਪਲਸ਼ਨ ਹੈਗੀ ਆ ਉਹ ਹਿੰਦੁਸਤਾਨ ਦੇ ਜਿਹੜੇ ਕਾਰਪੋਰੇਟ ਹੈਗੇ ਆ, ਅਡਾਨੀ ਅੰਬਾਨੀ ਵਰਗੇ, ਸਿਰਫ ਉਹਨਾਂ ਦੀ ਝੋਲੀ 'ਚ ਨਹੀਂ ਹੈਗਾ ਕਿਸਾਨਾਂ ਦਾ ਜਿਹੜਾ ਹੱਕ ਹੈਗਾ ਪਾਉਣਾ। ਉਹ ਮੇਨ ਕੰਪਲਸ਼ਨ ਹੈਗੀ ਉਹਨਾਂ ਦੀ ਇੰਪੀਰੀਅਲਿਜ਼ਮ, ਜਿਹੜਾ ਕਿ ਵਰਲਡ ਬੈਂਕ, ਇੰਟਰਨੈਸ਼ਨਲ ਮੋਨੇਟਰੀ ਫੰਡ ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਰਗੀਆਂ ਜਥੇਬੰਦੀਆਂ ਨੇ ਜਿਹੜੀਆਂ ਇਹ ਚਾਹੁੰਦੀਆਂ ਹਨ ਕਿ ਤੀਜੀ ਦੁਨੀਆ ਦੇ ਦੇਸ਼ਾਂ ਦੇ ਵਿੱਚ, ਚਾਹੇ ਉਹ ਅਫਰੀਕਾ ਹੋਵੇ, ਚਾਹੇ ਇੰਡੀਆ ਹੋਵੇ, ਚਾਹੇ ਲੈਟਨ ਅਮਰੀਕਾ ਹੋਵੇ, ਸਾਊਥ ਏਸ਼ੀਆ ਹੋਵੇ, ਤਾਂ ਉਹਨਾਂ ਦਾ ਜਿਹੜਾ ਮਾਰਕੀਟਸ ਹੈਗੀਆਂ ਉਹ ਓਪਨ ਹੋਣ, ਤਾਂ ਕਿ ਇਹਨਾਂ ਦਾ ਜਿਹੜਾ ਕੈਪੀਟਲਿਜ਼ਮ ਦਾ ਜਿਹੜਾ ਕ੍ਰਾਈਸਿਸ ਹੈਗਾ, ਇੰਪੀਰੀਅਲਿਜ਼ਮ ਦਾ ਜਿਹੜਾ ਇਕਨੋਮਿਕ ਕ੍ਰਾਈਸਿਸ ਹੈਗਾ, ਉਹਨੂੰ ਇਹ ਠੱਲ ਪਾ ਸਕਣ। ਜਿਹਦੇ ਤਹਿਤ ਕਿ ਮੋਦੀ ਇਹ ਕਾਨੂੰਨ ਲੈ ਕੇ ਆਇਆ ਹੈਗਾ, ਤਾਂ ਉਹਦੀ ਕੰਪਲਸ਼ਨ ਵੀ ਇਹੀ ਹੈ ਕਿ ਉਹ ਇੰਪੀਰੀਅਲਿਜ਼ਮ ਦੀ ਸੇਵਾ ਦੇ ਵਿੱਚ ਹੈਗਾ, ਨਾ ਕਿ ਉਹ ਹਿੰਦੁਸਤਾਨ ਦੇ ਲੋਕਾਂ ਦੀ ਸੇਵਾ ਦੇ ਵਿੱਚ। ਸਿਰਫ ਦਿਖਾਉਣ ਲਈ ਉਹ ਕਹਿੰਦੇ ਹੈਗੇ ਕਿ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਲਈ ਹੈਗੇ ਆ, ਬਟ ਇਨ ਐਕਚੁਅਲਿਟੀ ਉਹ ਸੇਵਾ ਜਿਹੜੀ ਕਰ ਰਹੇ ਹੈਗੇ ਉਹ ਸਾਮਰਾਜੀ ਮੁਲਕਾਂ ਦੀ ਸੇਵਾ ਕਰ ਰਹੇ ਹੈਗੇ। ਜਿਹੜੀ ਇੰਟਰਨੈਸ਼ਨਲ ਇੰਪੀਰੀਅਲਿਸਟ ਫਾਈਨੈਂਸ ਕੈਪੀਟਲ ਹੈਗੀ ਆ ਉਹਦੀ ਸੇਵਾ ਉਹ ਕਰ ਰਹੇ ਹੈਗੇ ਆ। ਜਿਹੜਾ ਹੁਣ ਪ੍ਰਪੋਜ਼ਲ ਇੱਕ ਦਿੱਤਾ ਸੀਗਾ, ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ 1.5 ਸਾਲ ਲਈ 2 ਸਾਲ ਲਈ ਡਿਲੇ ਕਰ ਦਿੰਦੇ ਆ ਜਾਂ ਰੋਕ ਦਿੰਦੇ ਆ, ਤੁਹਾਨੂੰ ਲੱਗਦਾ ਕਿ ਉਹਦੇ ਨਾਲੋਂ ਚੰਗਾ ਹੈ ਕਿ ਹੁਣੇ ਰੱਦ ਹੋਣੇ ਚਾਹੀਦੇ ਜਿਸ ਤਰੀਕੇ ਨਾਲ ਜਥੇਬੰਦੀਆਂ ਕਹਿ ਰਹੀਆਂ? ਜੀ ਉਹ ਤਾਂ ਇਹ ਗੱਲ ਹੈਗੀ ਆ ਕਿ ਜੇ 3 ਕਾਨੂੰਨ ਇਹ ਲਾਗੂ ਹੁੰਦੇ ਹੈਗੇ ਆ ਤਾਂ ਇਹ ਕਿਸਾਨਾਂ ਲਈ ਇੱਕ ਫਾਂਸੀ ਦਾ ਫੰਦਾ ਹੈਗਾ। ਸੋ ਜੇ ਕਿਸੇ ਬੰਦੇ ਨੂੰ ਤੁਸੀਂ ਫਾਂਸੀ ਚਾੜਨਾ ਹੈਗਾ,
ਉਹਨੂੰ ਅੱਜ ਚੜ੍ਹ ਦਿਓ ਜਾਂ ਭਲਕੇ ਚੜ੍ਹ ਦਿਓ, ਚਾਹੇ ਸਾਲ ਬਾਅਦ ਚੜ੍ਹ ਦਿਓ, ਉਹਨੂੰ ਤਾਂ ਫਾਂਸੀ ਲੱਗ ਗਈ। ਕਿਉਂਕਿ ਇਹ ਇਕੱਲੇ ਹੁਣ ਜਿਹੜੀ ਜਨਰੇਸ਼ਨ ਫਾਈਟ ਕਰ ਰਹੀਆਂ ਨੇ, ਹਾਲਾਂਕਿ 3-4 ਜਨਰੇਸ਼ਨਸ ਉੱਥੇ ਹੈਗੀਆਂ, 80 ਸਾਲ ਤੋਂ ਲੈ ਕੇ ਤੁਹਾਨੂੰ 14-15 ਸਾਲ ਦੇ ਉੱਥੇ ਬੰਦੇ, ਔਰਤਾਂ, ਮਰਦ, ਬੱਚੇ ਮਿਲ ਜਾਣਗੇ ਤੁਹਾਨੂੰ। ਪਰ ਉਹਨਾਂ ਤੋਂ ਗਾਂਹ ਵਾਲੀਆਂ ਆਉਣ ਵਾਲੀਆਂ ਜਨਰੇਸ਼ਨ ਦਾ ਵੀ ਸਵਾਲ ਹੈ ਇਹ। ਜੇ ਜ਼ਮੀਨਾਂ ਤੇ ਕਾਰਪੋਰੇਟ ਜਾਂ ਜੇ ਓਪਨ ਮਾਰਕੀਟ ਦੇ ਵਿੱਚ ਜੇ ਜ਼ਮੀਨਾਂ ਦਾ ਪ੍ਰੋਡਕਟ ਦਾ ਕੰਮ ਹੋ ਗਿਆ, ਸੋ ਪੀਪਲ ਵਿਲ ਲੂਜ਼ ਦੇਅਰ ਲੈਂਡ। ਪਰ ਇਹਦੇ ਜ਼ਰੂਰੀ ਗੱਲ ਮੈਂ ਇਹ ਦੱਸਣੀ ਚਾਹੁੰਦਾ, ਕਿਉਂਕਿ ਆਈ ਐਮ ਆਲਸੋ ਕੈਨੇਡੀਅਨ, ਆਈ ਐਮ ਐਨ ਕੈਨੇਡੀਅਨ ਸਿਟੀਜ਼ਨ, ਅਤੇ ਇੱਥੇ ਆਪਣੇ ਲੋਕ ਜਿਹੜੇ ਸੀਗੇ ਬਹੁਤ ਇਸ ਗੱਲ 'ਤੇ ਖੁਸ਼ੀ ਜ਼ਾਹਿਰ ਕਰ ਰਹੇ ਸੀਗੇ ਜਦੋਂ ਪ੍ਰਧਾਨ ਮੰਤਰੀ ਟਰੂਡੋ ਨੇ ਇਹਨਾਂ ਦਾ ਬਿਆਨ ਦਿੱਤਾ। ਹਿੰਦੁਸਤਾਨ ਸਰਕਾਰ ਨੂੰ ਉਹਨੇ ਇੱਕ ਬਿਆਨ ਜਾਰੀ ਕੀਤਾ ਸੀਗਾ ਕਿ ਵੀ ਜਿਹੜੇ ਕਿਸਾਨ ਘੋਲ ਕਰ ਰਹੇ ਹੈਗੇ ਆ, ਉਹਨਾਂ ਦੀ ਸੁਣੀ ਜਾਵੇ। ਹਾਲਾਂਕਿ ਉਹ ਸਭ ਤੋਂ ਵੱਡਾ ਇੱਕ ਹਿਪੋਕ੍ਰੈਟਿਕ ਪੁਆਇੰਟ ਸੀਗਾ ਮੋਦੀ ਦਾ, ਕਿਉਂਕਿ ਜਿਹੜੀ ਹਿਸਟਰੀ ਹੈਗੀ ਆ ਯੂਨਾਈਟਿਡ ਨੇਸ਼ਨਸ ਦੇ ਵਿੱਚ, ਕੈਨੇਡੀਅਨ ਗੌਰਮੈਂਟ ਨੇ ਕਦੇ ਵੀ ਹਿੰਦੁਸਤਾਨ ਦੇ ਲੋਕਾਂ ਦੇ ਹੱਕ ਦੇ ਵਿੱਚ ਕਿਸੇ ਇੱਕ ਸਿੰਗਲ ਵਾਰ ਵੀ ਵੋਟ ਨਹੀਂ ਪਾਈ ਹੈਗੀ ਆ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਇਹ ਕਹਿਣਾ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਸਬਸਿਡੀਜ਼ ਬੰਦ ਕਰਤੀਆਂ ਜਾਣ, MSP ਬੰਦ ਕੀਤੀ ਜਾਵੇ, ਔਰ ਉਹਦੇ ਲਈ ਕੈਨੇਡਾ ਵੀ ਉਨੀ ਬਾਂਹ ਮਰੋੜਦਾ ਹੈਗਾ ਹਿੰਦੁਸਤਾਨ ਦੀ ਸਰਕਾਰ ਦੀ, ਜਿੰਨੀ ਕਿ ਅਮਰੀਕਾ ਮਰੋੜਦਾ ਹੈਗਾ, ਜਾਂ ਯੂਰੋਪੀਅਨ ਜਿਹੜਾ ਹੈਗਾ ਯੂਰੋਪੀਅਨ ਯੂਨੀਅਨ ਜਿੰਨੀ ਮਰੋੜਦੀ ਹੈਗੀ ਆ। ਤੋ ਇਹ ਸਿਰਫ ਕਹਿ ਦੇਣਾ ਕਿ ਵੀ ਮੈਂ ਕਿਸਾਨਾਂ ਦਾ ਜਿਹੜਾ ਹੈਗਾ ਇਹ ਮਸਲਾ ਹੱਲ ਕੀਤਾ ਜਾਵੇ। ਬਈ ਤੂੰ ਇੱਕ ਪਾਸੇ ਇਹ ਕਹਿਣ ਡਿਆ, ਦੂਜੇ ਪਾਸੇ ਤੁਹਾਡੇ ਜਿਹੜੇ ਫਾਈਨੈਂਸ ਮਿਨਿਸਟਰ ਹੈਗੇ ਆ, ਜਦੋਂ ਯੂਨਾਈਟਿਡ ਨੇਸ਼ਨ ਜਾ ਕੇ ਬਹਿੰਦੇ ਆ ਤਾਂ ਉਹਦੇ ਖਿਲਾਫ ਤੁਸੀਂ ਵੋਟ ਪਾਉਣੇ ਹੈਗੇ ਆ। So that was a diplomatic, hypocritic thing to say by Prime Minister Trudeau. ਧੰਨਵਾਦ ਜੀ। Thank you very much. ਕੈਨੇਡਾ ਵਿੱਚ ਕਾਫੀ ਸਮੇਂ ਤੋਂ ਜਿਹੜੇ ਆ ਰੋਸ ਪ੍ਰਦਰਸ਼ਨ ਚੱਲ ਰਿਹਾ ਤੇ ਔਰ ਕੁਝ ਲੋਕ ਇਹੋ ਜਿਹੇ ਆ ਜਿਹੜੇ ਲਗਾਤਾਰ ਇਹਨਾਂ ਪ੍ਰਦਰਸ਼ਨਾਂ 'ਚ ਹਿੱਸਾ ਲੈਂਦੇ ਆ। ਸੋ ਇੱਦਾਂ ਸਾਡੇ ਨਾਲ ਮੌਜੂਦ ਨੇ। ਕੀ ਨਾਮ ਜੀ ਤੁਹਾਡਾ? ਨਵਜੀਤ। ਜੀ, ਅੱਛਾ, ਤੁਸੀਂ ਜਿੰਨੇ ਵੀ ਹੁੰਦੇ ਆ ਪ੍ਰਦਰਸ਼ਨ ਉਹਦੇ 'ਚ ਦੇਖਦੇ ਆ ਕਿ ਤੁਸੀਂ ਉੱਥੇ ਅੱਗੇ ਹੁੰਦੇ ਹੋ। ਸੋ ਕਿਵੇਂ ਲੱਗਦਾ ਇੱਦਾਂ ਹਿੱਸਾ ਪਾਰਟਿਸਿਪੇਟ ਕਰਕੇ? ਮੈਂ ਇਸ ਕਰਕੇ ਹੁੰਦੀ ਹਾਂ ਕਿਉਂਕਿ ਜਿਹੜੇ ਮੇਰੇ ਬ੍ਰਦਰਸ ਜਾਂ ਇੰਡੀਆ ਦੇ ਵਿੱਚ ਜਿਹੜੇ ਸਾਡੇ ਪਰਿਵਾਰ ਆ, ਉਹਨਾਂ ਨੂੰ ਹੌਸਲਾ ਦੇਣ ਲਈ ਅਸੀਂ ਇੱਥੇ ਆਉਂਦੇ ਆ, ਆਪਣਾ ਹਿੱਸਾ ਪਾਉਣ ਲਈ ਅੰਦੋਲਨ ਦੇ ਵਿੱਚ। ਕਿਉਂਕਿ ਜਿਹੜਾ ਪੰਜਾਬ ਆ ਉਹਦੇ ਲਈ ਲੜਦੇ ਆ ਅਤੇ ਉਹ ਸਾਡੀ ਵੀ ਮਾਂ ਆ। ਸੋ ਸਾਡਾ ਵੀ ਫਰਜ਼ ਬਣਦਾ ਹੈ ਵੀ ਅਸੀਂ ਵੀ ਇੱਥੇ ਆ ਕੇ ਰੈਲੀਆਂ ਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਈਏ। ਹਾਂਜੀ, ਹੋਰ ਨਜ਼ਰ ਆ ਉੱਥੇ ਰਹਿੰਦੀਆਂ ਨੇ। ਹੁਣ ਟਰੈਕਟਰ ਰੈਲੀ ਹੋ ਰਹੀ ਆ, ਕਿੰਨੀ ਕੁ ਉਡੀਕ ਹੈ ਉਸ ਰੈਲੀ ਦੀ? ਹਾਂਜੀ, ਜਿਹੜੀ ਟਰੈਕਟਰ ਰੈਲੀ ਹੋ ਰਹੀ ਹੈ 26 ਨੂੰ ਉੱਥੇ ਇੰਡੀਆ 'ਚ, ਉਹਦੀ ਕਿੰਨੀ ਕੁ ਉਡੀਕ ਹੈ? ਉੱਥੇ ਖਬਰਾਂ ਸਾਰੀਆਂ ਦੇਖਦੇ ਉੱਥੇ ਦੀਆਂ? ਹਾਂਜੀ, ਮੈਨੂੰ ਤਾਂ ਇਹ ਬਹੁਤ ਖੁਸ਼ੀ ਹੋਈ ਹੈ ਅੱਜ ਕਿ ਦਿੱਲੀ ਪੁਲਿਸ ਨੇ ਸਾਰੇ ਕਿਸਾਨ ਨੂੰ ਇਜਾਜ਼ਤ ਦੇ ਦਿੱਤੀ ਆ ਵੀ ਉਹ ਦਿੱਲੀ ਦੇ ਵਿੱਚ ਵੜ ਸਕਦੇ ਆ। ਸੋ ਉਹਨਾਂ ਨੇ ਪੀਸਫੁਲ ਪ੍ਰੋਟੈਸਟ ਕਰਨਾ ਆ ਅਤੇ ਇਹ ਬਹੁਤ ਵੱਡੀ ਜਿੱਤ ਆ ਕਿਸਾਨ ਲਈ। ਅਤੇ ਅਸੀਂ ਬਹੁਤ ਖੁਸ਼ ਹਾਂ ਵੀ ਉਹ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਦਿੱਲੀ ਦੇ ਵਿੱਚ ਜਾ ਕੇ, ਸਾਰੇ ਦੇਸ਼ ਨੂੰ ਪਰ ਸਾਰੀ ਦੁਨੀਆ ਨੂੰ ਦੱਸ ਸਕਦੇ ਆ ਵੀ ਕਿਸਾਨਾਂ ਦੇ ਨਾਲ ਕਿੱਦਾਂ ਧੱਕਾ ਹੋ ਰਿਹਾ ਆ। ਹਾਂਜੀ, ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਉੱਥੇ ਲੋਕ ਬੈਠੇ ਨੇ ਸਾਰੇ, ਜਿਨ੍ਹਾਂ ਲਈ ਤੁਸੀਂ ਇੱਥੇ ਕਰ ਰਹੇ ਹੋ? ਅਸੀਂ ਉਹੀ ਦੱਸਣਾ ਉਹਨਾਂ ਨੂੰ, ਇਹੀ ਮੈਸੇਜ ਦੇਣਾ ਵੀ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਨੂੰ ਸਪੋਰਟ ਕਰਦੇ ਆ। ਸਾਨੂੰ ਵੀ, ਸਾਡੀ ਵੀ ਜਿਹੜੀ ਰੂਹ ਆ, ਸਾਡਾ ਵੀ ਜਿਹੜਾ ਦਿਲ ਆ ਉਹਨਾਂ ਦੇ ਨਾਲ ਆ। ਭਾਵੇਂ ਅਸੀਂ ਇੱਥੇ ਬੈਠੇ ਆ ਪਰ ਸਾਡਾ ਮਨ ਜਿਹੜਾ ਆ ਉਹਨਾਂ ਦੇ ਨਾਲ ਹੀ ਜੁੜਿਆ ਆ। ਅਤੇ ਅਸੀਂ ਜਿੱਤ ਹੋਊਗੀ ਜ਼ਰੂਰ। ਅਤੇ ਅਸੀਂ ਮੋਦੀ ਸਰਕਾਰ ਨੂੰ ਇੱਕ ਸੁਨੇਹਾ ਜ਼ਰੂਰ ਦੇਣਾ ਹੈ ਵੀ ਤੁਸੀਂ ਆਪਣੇ ਕਾਲੇ ਕਾਨੂੰਨ ਵਾਪਸ ਲਓ, ਸਾਨੂੰ ਨਹੀਂ ਚਾਹੀਦੇ। ਅਤੇ ਜਿੱਤ ਹੋਊਗੀ ਜ਼ਰੂਰ ਕਿਸਾਨਾਂ ਦੀ। ਥੈਂਕ ਯੂ। ਹਾਂਜੀ, ਥੈਂਕ ਯੂ। ਕੀ ਨਾਮ ਬਾਈ ਜੀ ਆਪਣਾ? ਜਗਜੀਵਨਜੋਤ ਸਿੰਘ ਸੋਹੀ ਜੀ, ਲੁਧਿਆਣੇ ਤੋਂ। ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਇਸ ਵਕਤ ਹਾਲਾਤ ਬਣੇ ਹੋਏ ਆ ਜਿਹੜੇ ਅੰਦੋਲਨ ਦੇ? ਸੋ ਹਾਲਾਤ ਤੁਹਾਡੇ ਸਾਹਮਣੇ ਆ ਕਿ ਜਿੱਦਾਂ ਛੋਟੀ ਗਿਣਤੀ ਮਾਓਵਾਦੀਆਂ ਨਾਲ ਹਮੇਸ਼ਾ ਤੋਂ ਧੱਕਾ ਹੁੰਦਾ ਆ ਰਿਹਾ, ਸਭ ਸਰਕਾਰਾਂ ਨੇ ਕੀਤਾ ਆ। ਲਾਈਕ ਕੋਈ ਵੀ ਆਵਾਜ਼ ਉਹ ਉਠਾਉਂਦੇ ਆ, ਤੁਹਾਨੂੰ ਪਤਾ ਆ ਕਿ ਆਪਣੇ ਪੰਜਾਬੀ ਕੌਮ ਆ। ਮੇਨ ਚੀਜ਼ ਜਿਹੜਾ ਮੇਨ ਅਟੈਕ ਕੀਤਾ ਗਿਆ ਪੰਜਾਬ ਤੇ ਕੀਤਾ ਗਿਆ, ਓਵਰਆਲ ਇੰਡੀਆ ਦੇ ਤਾਂ ਹੈਗਾ ਹੀ ਆ, ਪਰ ਪਤਾ ਹੈ ਕਿ ਆਪਾਂ ਮੱਕੀ ਲਈ, ਕਣਕ ਲਈ, ਫਸਲਾਂ ਲਈ ਜਾਣੇ ਜਾਂਦੇ ਆ। ਆਪਣੇ 100 ਦੇ ਵਿੱਚੋਂ 90 ਕਿਸਾਨ ਫੈਮਲੀਜ਼ ਹੁੰਦੀਆਂ ਆ, ਉਹਦੇ ਨਾਲ ਆਪਣਾ ਗੁਜ਼ਾਰਾ ਹੁੰਦਾ ਆ। ਅਤੇ ਆਪਾਂ ਇਹਨਾਂ ਦੀ ਅੱਖ 'ਚ ਪਹਿਲਾਂ ਤੋਂ ਰੜਕ ਰਹੇ ਆ ਕਿ ਜਦੋਂ ਵੋਟਾਂ ਹੋਈਆਂ ਸੀਗੀਆਂ ਇੰਡੀਆ ਦੇ ਵਿੱਚ, ਵੋਟਾਂ ਹੋਈਆਂ, ਆਮ ਆਦਮੀ ਪਾਰਟੀ ਨਵੀਂ ਆਈ, ਆਮ ਆਦਮੀ ਪਾਰਟੀ ਨੂੰ 4 ਸੀਟਾਂ ਮਿਲੀਆਂ ਇੰਡੀਆ 'ਚੋਂ। ਕਿੱਥੋਂ ਮਿਲੀਆਂ? ਪੰਜਾਬ ਤੋਂ ਮਿਲੀਆਂ। ਕਿ ਪੰਜਾਬ ਹਮੇਸ਼ਾ ਬਦਲਣ ਲਈ ਜਾਣਿਆ ਜਾਂਦਾ ਵਾ, ਉਹ ਹਰ ਚੀਜ਼ ਬਦਲਾਵ ਚਾਹੁੰਦੇ, ਰੈਵੋਲੂਸ਼ਨ ਚਾਹੁੰਦੇ ਆ, ਪਰ ਇਹ ਚਾਹੁੰਦੇ ਆ ਕਿ ਚੀਜ਼ ਨੂੰ ਦਬਾ ਦਿੱਤਾ ਜਾਵੇ। ਹੁਣ ਜਿੱਦਾਂ 1.5 ਸਾਲ ਬਾਅਦ ਜਿਹੜਾ ਹੈਗਾ ਕਹਿੰਦੇ ਅਸੀਂ ਫੈਸਲਾ ਲਵਾਂਗੇ, ਸਸਪੈਂਡ ਕਰ ਦਿੰਦੇ ਆ। ਇਹ ਵੀ ਇੱਕ ਤਰੀਕੇ ਨਾਲ ਇਹਨਾਂ ਦੀ ਰਣਨੀਤੀ ਆ ਕਿ ਜਿਹੜੀਆਂ ਵੱਡੀਆਂ ਲੜਾਈਆਂ ਹੁੰਦੀਆਂ, ਇੱਦਾਂ ਦੇ ਸੰਘਰਸ਼ ਹੁੰਦੇ ਆ, ਇਹ ਬਾਰ-ਬਾਰ ਨਹੀਂ ਉੱਠਦੇ ਹੈਗੇ। ਹੁਣ 151 ਲੋਕ ਆਈ ਗੈਸ ਅੱਜ ਤੱਕ ਮਰ ਚੁੱਕੇ ਆ, ਹੁਣ ਤੱਕ ਜਿੰਨੀ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਆ। 151 ਸ਼ਹੀਦੀਆਂ ਹੋਈਆਂ, 151 ਲੋਕ ਥੋੜ੍ਹੀ ਮਰੇ ਆ। ਉਹਨਾਂ ਦੀ ਮਾਂ, ਉਹਨਾਂ ਦੀ ਭੈਣ, ਉਹਨਾਂ ਦੀ ਫੈਮਿਲੀ, ਉਹਨਾਂ ਨੇ ਰੋਜ਼-ਰੋਜ਼ ਮਰਨਾ ਉਹਨਾਂ ਨੂੰ ਯਾਦ ਕਰਕੇ। ਅਤੇ ਹੁਣ ਜਿਹੜੀ ਉਹਨਾਂ ਦੀ ਕੁਰਬਾਨੀ ਆ, ਅਤੇ
ਜੇ 1.5 ਸਾਲ ਬਾਅਦ ਦੁਬਾਰਾ ਹੁੰਦੇ ਆ ਇਹ, ਹੁਣ ਲੋਕਾਂ ਨੇ ਘਰ ਚਲੇ ਜਾਣਾ, ਬਹਿ ਜਾਣਗੇ, ਇਹਨਾਂ ਨੇ ਚੁੱਪ ਕਰਕੇ ਬਹਿ ਜਾਣਾ ਆ। 1.5 ਸਾਲ ਬਾਅਦ ਦੁਬਾਰਾ ਲਾਗੂ ਕਰਦੇ ਆ, ਲੋਕਾਂ ਦੇ ਦਿਮਾਗ 'ਚ ਕੀ ਆਉਣਾ ਆ? ਉਸ ਟਾਈਮ ਠੰਡ 'ਚ ਮਰੇ ਸੀ, ਇੰਨਾ ਕੁਝ ਹੋਇਆ ਸੀ, ਆ ਕੁਝ ਲੂਜ਼ ਕੀਤਾ ਆ, ਰਿਜ਼ਲਟ ਕੋਈ ਨਿਕਲਿਆ ਨਹੀਂ ਹੈਗਾ। ਸੋ ਇਦਾਂ ਹੈ ਕਿ ਇਹ ਲੜਾਈ ਆ, ਆਪਾਂ ਜਿੱਤਾਂਗੇ ਜਾਂ ਲਾਈਕ ਲੜਾਂਗੇ, ਜਿੱਤਾਂਗੇ ਜਾਂ ਮਰਾਂਗੇ, ਪਰ ਜਿੱਤ ਕੇ ਹਟਾਂਗੇ। ਲਾਈਕ ਆਪਣੀ ਕੌਮ 'ਚ ਦੋ ਚੀਜ਼ਾਂ ਹੈਗੀਆਂ, ਆਪਾਂ ਜਾਂ ਜਿੱਤਦੇ ਆ ਤੇ ਜਾਂ ਆਪਾਂ ਸ਼ਹੀਦੀ ਪਾ ਜਾਂਦੇ ਆ, ਆਪਾਂ ਹਾਰ ਨਹੀਂ ਮੰਨਦੇ ਹੈਗੇ। ਮੋਦੀ ਦਾ 7 ਸਾਲ ਦਾ ਇਤਿਹਾਸ ਆ, ਸਿੱਖ ਕੌਮ ਦਾ 550 ਸਾਲ ਦਾ ਇਤਿਹਾਸ ਆ, 500 ਤੋਂ ਉੱਪਰ ਸਾਲ ਦਾ ਇਤਿਹਾਸ ਆ। ਸੋ ਇਦਾਂ ਹੀ ਆ, ਮੈਂ ਲੋਕਾਂ ਨੂੰ ਇਹੀ ਬੇਨਤੀ ਆ ਕਿ ਯੂਨੀਅਨ ਦੇ ਵਿੱਚ ਵੀ ਪਾੜ ਪਊਗਾ, ਕੁਝ ਨਾ ਕੁਝ ਲੋਕ ਖਰਾਬੀ ਕਰਨਗੇ, ਉੱਥੇ ਲੋਕ ਤੁਹਾਨੂੰ ਡੀਮੋਟੀਵੇਟ ਕਰਨਗੇ ਕਿ ਵਾਪਸ ਚਲੇ ਜਾਂਦੇ ਆ, ਠੀਕ ਆ, ਮੰਨਦੇ ਆ, ਟੈਕ ਕੇ ਬਹਿ ਜਾਂਦੇ ਆ। ਪਰ ਹੁਣ ਤਾਂ ਇਹ ਫੈਸਲਾ ਕਰਵਾ ਕੇ ਜਾਇਓ, ਕਿਉਂਕਿ ਜੇ ਅੱਜ ਨਾ ਹੋਇਆ ਫੈਸਲਾ, ਇਸ ਤੋਂ ਬਾਅਦ ਆਪਾਂ ਕਦੇ ਉੱਠ ਨਹੀਂ ਸਕਾਂਗੇ, ਇੱਥੇ ਰਹਿ ਜਾਵਾਂਗੇ। ਧੰਨਵਾਦ ਜੀ। ਥੈਂਕ ਯੂ। ਸੋ ਇਸ ਤਰੀਕੇ ਨਾਲ ਇੱਥੇ ਰੋਸ ਪ੍ਰਦਰਸ਼ਨ ਜਿਹੜਾ ਹੋ ਰਿਹਾ, ਤੁਸੀਂ ਗੱਲਾਂ ਵੀ ਸੁਣੀਆਂ ਕੀ ਭਾਵਨਾਵਾਂ ਨੇ ਜਿਹੜੇ ਇੱਥੇ ਕੈਨੇਡਾ 'ਚ ਲੋਕ ਵਸਦੇ ਨੇ ਇਸ ਕਿਸਾਨ ਅੰਦੋਲਨ ਨੂੰ ਲੈ ਕੇ, ਔਰ ਕਿਸ ਤਰੀਕੇ ਨਾਲ, ਕਿਸ ਉਤਸ਼ਾਹ ਨਾਲ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਹੋ ਰਿਹਾ। ਸੋ ਲਗਾਤਾਰ ਇਹ ਰੋਸ ਪ੍ਰਦਰਸ਼ਨ ਜਿਹੜੇ ਉਲੀਕੇ ਵੀ ਗਏ ਨੇ 26 ਜਨਵਰੀ ਤੱਕ। ਉਸ ਤੋਂ ਅੱਗੇ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਅੱਗੇ ਜਾ ਰਿਹਾ, ਉਸੇ ਤਰੀਕੇ ਨਾਲ ਇੱਥੇ ਵੀ ਲਗਾਤਾਰ ਜਿਹੜੇ ਨਾਲ ਦੀ ਨਾਲ ਹੀ ਰੋਸ ਪ੍ਰਦਰਸ਼ਨ ਉਲੀਕੇ ਜਾ ਰਹੇ ਆ। ਔਰ ਜਿਹੜੀ 26 ਦੀ ਟਰੈਕਟਰ ਰੈਲੀ ਆ, ਉਹਨੂੰ ਲੈ ਕੇ ਇੱਥੇ ਵੀ ਲੋਕਾਂ 'ਚ ਉਤਸ਼ਾਹ ਆ। ਅੱਜ ਖਬਰ ਆਈ ਸੀ ਭਾਰਤ ਤੋਂ ਕਿ ਉਹਨੂੰ ਪਰਮਿਸ਼ਨ ਮਿਲ ਗਈ ਆ, ਪੁਲਿਸ ਨੇ ਪਰਮਿਸ਼ਨ ਦੇ ਦਿੱਤੀ ਆ ਕਿ ਰੈਲੀ ਹੋ ਸਕਦੀ ਆ। ਉਹਦਾ ਉਤਸ਼ਾਹ ਇੱਥੇ ਵੀ ਬਣਿਆ ਹੋਇਆ ਵਾ, ਜੋ ਕਿ ਇਤਿਹਾਸ ਦੀ ਸ਼ਾਇਦ ਇੱਕ ਵੱਡੀ ਜਿਹੜੀ ਆ ਉਹ ਟਰੈਕਟਰ ਰੈਲੀ ਹੋ ਨਿਬੜੇਗੀ। ਸੋ ਹੋਰ ਵੀ ਜਿਹੜੀਆਂ ਅਪਡੇਟਸ ਹੋਣਗੀਆਂ ਕੈਨੇਡਾ ਤੋਂ, ਭਾਰਤ ਤੋਂ, ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।